ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਰਲਮਾ ਮਿਲਮਾ ਜਾਂ ਪ੍ਰੋਗਰਾਮ ਕਰਕੇ ਕਈ ਟਿੱਪਣੀਆਂ ਆਈਆਂ ਸੀ ਕਿ ਮਾਣਯੋਗ ਅਦਾਲਤ ਦਾ ਇੱਕ ਫੈਸਲਾ ਆਇਆ ਜਿਹੜਾ ਕਿ ਉੱਤਰ ਪ੍ਰਦੇਸ਼ 'ਚ ਵਾਰਾਣਸੀ ਦੇ ਵਿੱਚ ਜਿਹੜੀ ਗਿਆਨ ਵਿਆਪੀ ਮਸਜਿਦ ਆ ਉਹਨੂੰ ਲੈ ਕੇ ਐਕਚੁਅਲੀ ਬੜੀ ਹੋਈ ਸੀ ਕਿ ਫਲਾਣੇ ਦੇ ਹੱਕ 'ਚ ਆਇਆ, ਫਲਾਣੇ ਦੇ ਹੱਕ 'ਚ ਆਇਆ, ਫਲਾਣੇ ਦੇ ਵਿਰੋਧ 'ਚ ਆਇਆ। ਐਕਚੁਅਲੀ ਕੋਈ ਫੈਸਲਾ ਜਿਹੜਾ ਹੈ ਉਹਨਾਂ ਨੇ ਇੱਕ ਪਕਸ਼ ਦੀ ਜਿਹੜੀ ਦਲੀਲ ਰੱਦ ਕੀਤੀ ਹੈ, ਅਪੀਲ ਰੱਦ ਕੀਤੀ ਹੈ, ਹਾਲੇ ਫੈਸਲਾ ਆਇਆ ਨਹੀਂ ਹੈ। ਕੀ ਹੈ ਪੂਰਾ ਮਸਲਾ ਇਹ ਹੈ ਕਿ ਗਿਆਨਵਾਪੀ ਮਸਜਿਦ ਦੇ ਵਿੱਚ ਹੁਣ ਅਸਲੀਅਤ ਕੀ ਹੈ ਤਾਂ ਆਪਣੇ ਗੈਸਟ ਆਪਾਂ ਨੂੰ ਦੱਸਣਗੇ ਕਿ ਉਹਨਾਂ ਦੇ ਤਹਿਖਾਨੇ ਮਸਜਿਦ ਦੇ ਵਿੱਚ ਜਿਹੜੀ ਗਿਆਨਵਾਪੀ ਮਸਜਿਦ ਹੈ ਉਹਦੇ ਤਹਿਖਾਨੇ ਦੇ ਵਿੱਚ ਕਹਿੰਦੇ ਕਿ ਆਪਣਾ ਸ਼ਿਵਲਿੰਗ ਆ ਜਾਂ ਹੋਰ ਦੇਵੀ ਦੇਵਤਾਵਾਂ ਦੀਆਂ ਜਿਹੜੀਆਂ ਮੂਰਤੀਆਂ ਨੇ ਤੇ ਹਿੰਦੂ ਭਾਈਚਾਰੇ ਵੱਲੋਂ ਇਹ ਅਪੀਲ ਕੋਰਟ ਦੇ ਵਿੱਚ ਪਾਈ ਗਈ ਸਾਨੂੰ ਪੂਜਾ ਅਰਚਨਾ ਕਰਨ ਦਾ ਉਹਦੇ ਵਿੱਚ ਸਾਨੂੰ ਜਗ੍ਹਾ ਦਿੱਤੀ ਜਾਵੇ, ਯਾਨੀ ਕਿ ਟਾਈਮ ਦਿੱਤਾ ਜਾਵੇ, ਉਹ ਚੀਜ਼ ਨੂੰ ਉੱਥੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਜਿਹੜਾ ਮੁਸਲਿਮ ਭਾਈਚਾਰਾ ਉਸ ਚੀਜ਼ ਦੀ ਮਨਾਹੀ ਕਰਦਾ ਤਾਂ ਮਾਮਲਾ ਕੋਰਟ ਦੇ ਵਿੱਚ ਸੀ। ਦਰਸ਼ਕੋ, ਪਿਛੋਕੜ ਬੜੀਆਂ ਅੱਡ ਅੱਡ ਧਾਰਨਾਵਾਂ ਨੇ ਇਹਦੇ ਪਿੱਛੇ। ਕੋਈ ਕਹਿੰਦਾ ਕਿ ਇਹ 1669 ਦੇ ਵਿੱਚ ਔਰੰਗਜ਼ੇਬ ਨੇ ਜੋ ਹੈ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਤੋੜ ਕੇ ਇੱਕ ਅੱਧਾ ਹਿੱਸਾ ਤੋੜ ਕੇ ਇੱਥੇ ਮਸਜਿਦ ਬਣਵਾਈ ਸੀ। ਇੱਕ ਧਾਰਨਾ ਖੋਜ ਕਰਨ ਵਾਲੇ ਇਹ ਕਹਿੰਦੇ ਕਿ 1585 ਦੇ ਵਿੱਚ ਅਕਬਰ ਨੇ ਇਹ ਮੰਦਿਰ ਜਿਹੜਾ ਹੈਗਾ ਕਾਸ਼ੀ ਜਿਹੜਾ ਵਿਸ਼ਵਨਾਥ ਮੰਦਿਰ ਤੇ ਗਿਆਨਵਾਪੀ ਮਸਜਿਦ ਇਕੱਠੇ ਬਣਵਾਏ ਸੀ। ਇੱਕ ਧਾਰਨਾ ਹੈਗੀ ਕਿ 14ਵੀਂ ਸਦੀ ਦੇ ਵਿੱਚ ਜੌਨਪੁਰ ਦੇ ਜਿਹੜੇ ਸ਼ਾਹੀ ਸੁਲਤਾਨ ਸੀ ਉਹਨਾਂ ਨੇ ਜਿਹੜਾ ਹੈ ਮੰਦਿਰ ਤੋੜ ਕੇ ਮਸਜਿਦ ਬਣਾਈ ਸੀ। ਅਸਲੀਅਤ ਕੀ ਹੈ ਇਹ ਤਾਂ ਇਤਿਹਾਸਕਾਰ ਦੱਸ ਸਕਦੇ ਆ, ਬਟ ਇਸ ਟਾਈਮ ਜਿਹੜੇ ਹਾਲਾਤ ਨੇ ਉੱਥੇ ਆਪਾਂ ਕਿਉਂ ਇੱਕ ਦੂਜੇ ਦੇ ਧਰਮ ਤਾਂ ਕੋਈ ਵੀ ਨਹੀਂ ਸਿਖਾਉਂਦਾ ਕਿ ਇੱਕ ਦੂਜੇ ਨੂੰ ਨਫ਼ਰਤ ਕਰੋ, ਕੋਈ ਧਰਮ ਇਹ ਨਹੀਂ ਕਹਿੰਦਾ ਕਿ ਦੂਜੇ ਦਾ ਧਰਮ ਸਥਾਨ ਹੀ ਤੋੜ ਦਿਓ ਜਾਂ ਉਹਨੂੰ ਅੰਦਰ ਨਾ ਆਉਣ ਦਿਓ। ਪੂਰਾ ਮਸਲਾ ਕੀ ਹੈ, ਮਾਣਯੋਗ ਅਦਾਲਤ ਨੇ ਕੀ ਕਿਹਾ ਕੀ ਨਹੀਂ, ਇਹ ਸਾਰੇ ਹੋਰ ਵੀ ਇੱਕ ਦੋ ਜਿਹੜੇ ਹੋਰ ਵੀ ਆਏ ਆ ਅੱਡ ਵਿਸ਼ੇ ਸਬਜੈਕਟ ਉੱਤੇ ਵੀ ਗੱਲ ਕਰਾਂਗੇ। ਸੀਨੀਅਰ ਜਰਨਲਿਸਟ ਰਾਕੇਸ਼ ਸ਼ਾਂਤੀ ਦੂਤ ਜੀ ਸਾਡੇ ਨਾਲ ਬਣੇ ਹੋਏ ਨੇ ਜਲੰਧਰ ਤੋਂ। ਰਾਕੇਸ਼ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜਸ ਪੰਜਾਬੀ ਦੇ ਮੰਚ ਤੇ। ਸਰ, ਪਹਿਲਾਂ ਤਾਂ ਇਹ ਦੱਸੋ ਕਿ ਇਹ ਮਾਮਲਾ ਗਿਆਨਵਾਪੀ ਮਸਜਿਦ ਦਾ ਹੈ ਕੀ ਇਸ ਟਾਈਮ ਪੂਰਾ? ਤੁਸੀਂ ਵੈਸੇ ਕਾਫੀ ਡਿਟੇਲਸ ਦੇ ਵਿੱਚ ਜਿਹੜਾ ਦਿੱਤੀ ਹੈ, ਬਹੁਤ ਜਾਣਕਾਰੀ ਦਿੱਤੀ ਹੈ, ਇਹਦੀ ਹਿਸਟੋਰਿਕ ਜਿਹੜੀ ਬੈਕਗਰਾਉਂਡ ਹੈ। ਦਰਅਸਲ ਵੈਸੇ ਮੈਂ ਪਹਿਲਾਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਪਿਛਲਾ ਇਤਿਹਾਸ ਗਿਆ, ਜਿਨ੍ਹਾਂ ਨੇ ਪੁਰਾਣੇ ਬਣੇ ਢਾਂਚੇ ਕਹਿ ਲਓ, ਮਸਜਿਦਾਂ ਕਹਿ ਲਓ, ਜਿਹੜੇ ਵੀ ਧਰਮ ਸਥਾਨ ਕਹਿ ਲਓ, ਤੋੜ ਕੇ ਫਿਰ ਉਹਦੇ ਤੇ ਨਵੇਂ ਸਿਰਿਓਂ ਜਿਹੜੇ ਸਿਰਜੇ, ਉਹ ਵੀ ਕੋਈ ਬਹੁਤ ਵਧੀਆ, ਜੇ ਉਹ ਤੱਥ ਨੇ ਤਾਂ ਉਹ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ। ਤੇ ਜੇ ਅੱਜ ਵੀ ਸਿਆਸਤ ਦੀ ਲੋੜ ਮੁਤਾਬਕ ਇਹ ਅੱਜ ਕਿਤੇ ਵੀ ਹੋ ਰਿਹਾ, ਸਿਰਫ ਸਾਡੇ ਮੁਲਕ 'ਚ ਨਹੀਂ, ਕਿਤੇ ਵੀ ਅਗਰ ਇਹ ਹੋ ਰਿਹਾ ਤੇ ਉਹ ਵੀ ਬਹੁਤਾ ਠੀਕ ਨਹੀਂ ਹੈ, ਕਿਉਂਕਿ ਜਿਹੜਾ ਇਤਿਹਾਸ ਹੁੰਦਾ ਹੈ, ਇਤਿਹਾਸ ਦੀ ਇੱਕ ਆਪਣੀ ਵੈਲਿਊ ਹੁੰਦੀ। ਇਤਿਹਾਸ ਦੇ ਦੋਵੇਂ ਪੱਖ ਹੁੰਦੇ ਆ, ਚੰਗਾ ਵੀ ਹੁੰਦਾ, ਮਾੜਾ ਵੀ ਹੁੰਦਾ। ਔਰ ਜਦੋਂ ਅਸੀਂ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਅਗਲੀ ਪੀੜ੍ਹੀ ਲਈ ਫਿਰ ਉਹ ਮੁਸ਼ਕਿਲ ਖੜੀ ਕਰਦਾ ਜਾਂਦਾ, ਕਿਉਂਕਿ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਬਹੁਤਾ ਜਾਣੂ ਨਹੀਂ ਹੁੰਦੀ ਨਵੀਂ ਪੀੜ੍ਹੀ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹਿਸਟਰੀ ਦੀ ਜ਼ਿਕਰ ਕੀਤਾ ਹੈ ਕਿ ਜਿਸ ਵੇਲੇ ਮੁਗਲ ਆਏ ਇੱਥੇ ਸਾਡੇ ਇਸ ਖਿੱਤੇ ਵਿੱਚ, ਭਾਰਤ ਜਿਹਨੂੰ ਅੱਜ ਕਹਿੰਦੇ ਆ, ਉਸ ਵੇਲੇ ਉਹਨਾਂ ਨੇ ਕਿਹਾ ਜਾਂਦਾ ਕਿ ਉਹਨਾਂ ਨੇ ਜਿਹੜੀਆਂ ਸਾਡੇ ਜਿਹੜੇ ਧਰਮ ਸਥਾਨ ਸੀ, ਜਿੱਥੇ ਪੂਜਾ ਘਰ ਸੀ ਸਾਡੇ, ਉਹ ਮੰਦਿਰ ਕਹਿ ਲਓ, ਜਿਹੜੇ ਸ਼ਿਵਾਲੇ ਹੋਣਗੇ, ਜੋ ਵੀ ਉਹਨਾਂ ਨੂੰ ਕਹਿੰਦੇ ਹੋਣਗੇ, ਉਹਨਾਂ ਨੂੰ ਤੋੜ ਕੇ ਉੱਥੇ ਆਪਣਾ ਜਿਸ ਕੁਦਰਤ ਨੂੰ ਮੰਨਣ ਦੇ ਜਿਸ ਰਸਤੇ ਨੂੰ ਉਹ ਮੰਨਦੇ ਸੀ, ਉਹਨਾਂ ਨੇ ਉਸ ਕਿਸਮ ਦੇ ਉਹ ਢਾਂਚੇ, ਉਸ ਕਿਸਮ ਦੀਆਂ ਬਿਲਡਿੰਗਸ ਜਿਹੜੀਆਂ ਮਸਜਿਦ ਕਹੀਆਂ ਜਾਂਦੀਆਂ ਉਹ ਬਣਾਈਆਂ। ਹੁਣ ਇਸ ਸੰਦਰਭ 'ਚ ਇਹ ਹੈ ਕਿ ਇਸ ਵੇਲੇ 1947 ਦੇ ਵਿੱਚ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਤੇ ਨਿਸ਼ਚਿਤ ਤੌਰ ਦੇ ਉੱਤੇ, ਕਿਉਂਕਿ ਸਾਡੇ ਇਸ ਮੁਲਕ ਦੀ ਜਿਹੜੀ ਵੰਡ ਹੋਈ ਉਹ ਬੇਸਿਕਲੀ ਧਰਮ ਦੇ ਉੱਤੇ ਹੋਈ। ਬੇਸ਼ੱਕ ਜਿਹੜਾ ਸਾਡੇ ਵਾਲਾ ਖਿੱਤਾ ਰਹਿ ਗਿਆ ਭਾਰਤ ਜਿਹਨੂੰ ਅੱਜ ਕਹਿੰਦੇ ਆ, ਸਾਡੇ ਚੋਂ ਹੀ ਕਿੱਸਾ ਪਾਕਿਸਤਾਨ, ਔਰ ਅਸੀਂ ਪੰਜਾਬ ਵਾਲੇ ਤਾਂ ਹਲੇ ਵੀ ਕਹਿੰਦੇ ਕਿ ਨਹੀਂ, ਅਸੀਂ ਵੀ ਹਲੇ ਵੀ ਸਾਡਾ ਹੀ ਆ, ਅਸੀਂ ਸਾਰੇ ਇੱਕੋ ਹੀ ਆ। ਅਸੀਂ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਕਹਿੰਦੇ, ਆਮ ਤੌਰ ਤੇ ਅਸੀਂ ਪਾਕਿਸਤਾਨੀ ਪੰਜਾਬ ਸ਼ਬਦ ਇਸਤੇਮਾਲ ਨਹੀਂ ਕਰਦੇ। ਤੇ ਜਿਹੜਾ ਉਸ ਦੇ ਵਿੱਚ ਇਹ ਫੈਸਲਾ ਆਇਆ ਸੀ ਕਿ ਕੁਝ ਜਿਹੜੇ ਇੱਕ ਤਾਂ ਜਿਹੜੇ ਦੋ ਮੇਜਰ ਧਰਮ ਸਥਾਨ ਸੀ ਜਿਨ੍ਹਾਂ ਉੱਤੇ ਕਿਹਾ ਜਾਂਦਾ, ਜਿਨ੍ਹਾਂ ਉੱਤੇ ਕੰਟਰੋਵਰਸੀ ਸੀ ਕਿ ਇਹਨਾਂ ਨੂੰ ਤੋੜ ਕੇ ਇਹਦੇ ਉੱਤੇ ਜਿਹੜਾ ਮਸਜਿਦ ਬਣਾਈ ਗਈ। ਇੱਕ ਤਾਂ ਰਾਮ ਮੰਦਿਰ ਦੀ ਗੱਲ ਕਰਦੇ ਸੀ, ਜਿਹੜਾ ਰਾਮ ਜਨਮ ਭੂਮੀ ਜਿਹਨੂੰ ਕਹਿੰਦੇ ਆ ਅਯੋਧਿਆ ਦੇ ਵਿੱਚ। ਦੂਸਰਾ ਕ੍ਰਿਸ਼ਨ ਜਨਮ ਭੂਮੀ ਦੀ ਗੱਲ ਸੀ।
ਕਿ ਉਹਦੇ ਉੱਪਰ ਇਹ ਜਿਹੜਾ ਉਸ ਵੇਲੇ ਸਾਡਾ ਕਨਸਟੀਟਿਊਸ਼ਨ ਬਣਿਆ, ਜਦੋਂ ਲਾਅ ਬਣਿਆ, ਉਹਦੇ ਉੱਪਰ ਇਹ ਸੀ ਕਿ ਇਹ ਦੋ ਜਿਹੜੇ ਧਰਮ ਸਥਾਨ ਨੇ, ਇਹਨਾਂ ਦੇ ਉੱਪਰ ਅਗਰ ਵਿਵਾਦ ਹੈ ਤਾਂ ਇਹ ਯਥਾ ਸਥਾਨ ਚੱਲਦੇ ਰਹਿਣਗੇ, ਅਦਾਲਤਾਂ ਦੇ ਵਿੱਚ ਜੋ ਫੈਸਲੇ ਹੋਣਗੇ ਉਹਦੇ ਮੁਤਾਬਕ ਇਹਦੇ ਉੱਤੇ ਡਿਸੀਜਨ ਹੋਣਗੇ। ਤਾਂ ਉਹ ਉਹਨਾਂ ਲਈ ਇੱਕ ਸਪੈਸ਼ਲ ਜਿਹੜਾ ਇੱਕ ਐਕਟ ਸੀ ਜਿਹੜਾ ਉਸ ਦੇ ਤਹਿਤ ਇਹ ਗੱਲਬਾਤ ਸੀ ਕਿ ਇਹ ਦੋ ਜਿਹੜੇ ਸਥਾਨ ਆ ਇਹਨਾਂ ਦੇ ਉੱਪਰ ਇਹਨਾਂ ਦੀ ਸਥਿਤੀ ਹੋਰ ਸੀ। ਔਰ ਬਾਕੀਆਂ ਇਹ ਸੀ ਕਿ ਉਹਨਾਂ ਨੇ ਜਿਹੜਾ ਵਰਸ਼ਿਪ ਐਕਟ ਦੇ ਤਹਿਤ ਸੀ ਕਿ ਜਿਹੜੇ ਬਾਕੀ ਨੇ ਉਹਨਾਂ ਦੀ ਯਥਾ ਸਥਿਤੀ ਰਹੇਗੀ। 91 ਦੇ ਵਿੱਚ ਵੀ ਇੱਕ ਫੈਸਲਾ ਆਇਆ ਫਿਰ ਬਾਅਦ ਦੇ ਵਿੱਚ ਕਿ ਉੱਥੇ ਅਗਰ ਪੂਜਾ ਪद्धਤੀ ਜਿੱਥੇ ਕਿਤੇ ਪੂਜਾ ਹੋ ਰਹੀ ਹੈ, ਜਿੱਥੇ ਜੋ ਵੀ ਸਥਿਤੀ ਹੈ ਉੱਥੇ ਦੀ ਉਹ ਰਹੇਗੀ। ਔਰ ਇਹ ਜਿਹੜੀ ਗਿਆਨ ਵਿਆਪੀ ਮਸਜਿਦ ਦੀ ਗੱਲ ਹੋ ਰਹੀ ਹੈ, ਇਹ ਕਾਸ਼ੀ ਬਨਾਰਸ ਜਿਹਨੂੰ ਕਹਿੰਦੇ ਆ, ਇਹ ਉੱਥੇ ਹੈਗੀ ਹੈ। ਔਰ ਦੂਸਰਾ ਵੱਡਾ ਮੰਦਿਰ, ਤੀਸਰਾ ਵੱਡਾ ਮੰਦਿਰ ਹੈ ਕਾਸ਼ੀ ਵਿਸ਼ਵਨਾਥ, ਜਿਹੜਾ ਹਿੰਦੂ ਸਮੁਦਾਇ ਜਿਹੜਾ ਸੰਪਰਦਾਇ ਮੰਨਦਾ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਇੱਕ ਪਾਰਟ ਹੈ, ਪਰ ਅੱਜ ਅਸੀਂ ਇਹ ਕਹਿੰਦੇ ਹਾਂ ਕਿ ਉਹਦੇ ਤੋਂ ਨੈਕਸਟ ਡੋਰ ਹੈ। ਸਰ ਤੁਸੀਂ ਤਾਂ ਵੀ ਉਹ ਕਿਹਾ ਹਿਸਟਰੀ 'ਚ ਕਿਹਾ ਗਿਆ ਕਿ ਉਹ ਢਾਹ ਕੇ ਬਣਾਇਆ ਗਿਆ, ਪਰ ਅੱਜ ਅਗਰ ਅਸੀਂ ਉਹਦੀ ਜਿਓਗ੍ਰਾਫੀਕਲੀ ਦੱਸਣਾ ਹੋਵੇ ਕਿ ਉਹ ਕਿੱਥੇ ਹੈ ਤਾਂ ਉਹ ਜਿਹੜਾ ਹੈ ਉਹਦੇ ਬਿਲਕੁਲ ਨਾਲ ਲੱਗਦਾ ਹੈ, ਜਿਹੜਾ ਕਾਸ਼ੀ ਵਿਸ਼ਵਨਾਥ ਤੋਂ ਨੈਕਸਟ ਡੋਰ ਹੈਗਾ। ਔਰ ਇਹ ਜਿਹੜੀ ਗੱਲ ਹੈ ਕਿ ਵੈਸੇ ਅਗਰ ਆਪਾਂ ਹਿਸਟੋਰਿਕ ਜਾਂ ਲਿੰਗੁਇਸਟਿਕ ਤੱਥਾਂ ਨੂੰ ਵੇਖੀਏ ਤੇ ਇਹਦਾ ਆਪਣੇ ਆਪ 'ਚ ਇਸ ਮਸਜਿਦ ਦਾ ਨਾਮ ਗਿਆਨ ਵਿਆਪੀ ਮਸਜਿਦ ਹੋਣਾ ਹੀ ਕਿਤੇ ਨਾ ਕਿਤੇ ਇਹ ਦੱਸਦਾ ਹੈ ਵੀ ਇਹਦਾ ਕਿਤੇ ਇਸ ਜਗ੍ਹਾ ਦਾ ਕਿਤੇ ਨਾ ਕਿਤੇ ਜਿਹੜਾ ਸੰਬੰਧ ਹੈ ਉਹ ਜਿਹੜੀ ਹਿੰਦੂ ਪੂਜਾ ਪੱਧਤੀ ਦੇ ਨਾਲ ਜਿਹੜੇ ਲੋਕ ਰੱਬ ਨੂੰ ਮੰਨਦੇ ਆ, ਜਿਨ੍ਹਾਂ ਦੇ ਮੰਦਿਰ ਸੀ, ਉਹਨਾਂ ਦਾ ਕਿਤੇ ਨਾ ਕਿਤੇ ਉਹ ਆਧਾਰ ਹੈਗਾ। ਕਿਉਂਕਿ ਗਿਆਨ ਵਿਆਪੀ ਸ਼ਬਦ ਜਿਹੜਾ ਹੈ ਉਹ ਸ਼ੁੱਧ ਦੇਵਨਾਗਰੀ ਲਿਪੀ ਦਾ ਸ਼ਬਦ ਹੈ ਔਰ ਇਹ ਸੰਸਕ੍ਰਿਤ ਤੋਂ ਆਇਆ ਹਿੰਦੀ ਦਾ ਸ਼ਬਦ ਬਣ ਗਿਆ, ਜਿਸ ਤਰ੍ਹਾਂ ਵੀ ਹੈ, ਇੱਕ ਅਲੱਗ ਹਿਸਟਰੀ ਹੈ। ਤੇ ਇਹਦੇ ਵਿੱਚ ਜਿਹੜਾ ਹੈ ਲੰਬੇ ਸਮੇਂ ਤੋਂ ਇੱਕ ਸ਼ਿੰਗਾਰ ਗੌਰੀ ਹਿੱਸਾ ਹੈਗਾ, ਜਿਹੜਾ ਸ਼ਿੰਗਾਰ ਗੌਰੀ ਮੰਦਿਰ ਕਹਿ ਲਓ ਉਹਨੂੰ, ਜਾਂ ਮੰਦਿਰ ਦਾ ਹਿੱਸਾ ਕਹਿ ਲਓ। ਉੱਥੇ ਔਰਤਾਂ ਨੂੰ ਇਹ ਇਜਾਜ਼ਤ ਹੈ ਕਿ ਉਹ ਸਾਲ ਦੇ ਵਿੱਚ 3 ਵਾਰੀ ਉੱਥੇ ਜਿਹੜਾ ਗੌਰੀ ਮਾਤਾ ਦਾ ਸ਼ਿੰਗਾਰ ਦੇ ਰੂਪ 'ਚ ਉੱਥੇ ਪੂਜਾ ਕਰ ਸਕਦੀਆਂ ਨੇ। ਇਹ ਯਥਾ ਸਥਿਤੀ ਦਾ ਇੱਕ ਹਿੱਸਾ ਸੀ। ਹੁਣ ਜਿਹੜਾ ਇਸ ਘਟਨਾਕ੍ਰਮ ਤੋਂ ਪਹਿਲਾਂ ਜਿਹੜਾ ਹੁਣ ਗਿਆਨ ਵਿਆਪੀ ਜਿਹੜਾ ਕੋਰਟ 'ਚ ਗਿਆ, ਉਸ ਤੋਂ ਪਹਿਲਾਂ ਇਹ ਹੋਇਆ ਸੀ ਵੀ ਜਿਹੜੀ ਹਿੰਦੂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਹਿੰਦੂਆਂ ਦੀਆਂ ਰਿਪਰੈਜ਼ੈਂਟੇਟਿਵ ਬਾਡੀਜ਼ ਆ, ਉਹਨਾਂ ਨੇ ਕੁਝ ਬਾਡੀਜ਼ ਨੇ ਇਸ ਗੱਲ ਦਾ ਕੋਰਟ ਦੇ ਵਿੱਚ ਰੌਲਾ ਪਾਇਆ ਸੀ ਵੀ ਇਹਦੇ ਅੰਦਰ ਜਿਹੜੇ ਹੈ ਹਿੰਦੂ ਡਾਇਟੀਜ਼ ਦੇ ਜਿਹੜੇ ਆ ਉਹ ਸਾਨੂੰ ਮਿਲੀਆਂ, ਉਹਨਾਂ ਦੇ ਜਿਹੜੇ ਪ੍ਰਤੀਕ ਮਿਲੇ ਨੇ। ਕਿਤੇ ਸ਼ਿਵਲਿੰਗ ਦੀ ਗੱਲ ਕੀਤੀ ਜਾ ਰਹੀ ਸੀ, ਕਿਤੇ ਇਹ ਵੀ ਕਿਹਾ ਗਿਆ ਮੂਰਤੀਆਂ ਵੀ ਹੈਗੀਆਂ ਨੇ। ਤੇ ਇਸ ਘਟਨਾਕ੍ਰਮ ਤੋਂ ਬਾਅਦ ਜਿਹੜਾ ਮਾਨਯੋਗ ਅਦਾਲਤ ਨੇ ਇੱਕ ਕਮਿਸ਼ਨ ਅਪਾਇੰਟ ਕੀਤਾ ਸੀ ਕਿ ਜਿਹੜਾ ਸੀਲਡ ਰਿਪੋਰਟ ਉੱਥੇ ਦੀ ਦੇਗਾ। ਪਰ ਉਹ ਜਦੋਂ ਕਮਿਸ਼ਨ ਗਿਆ ਉੱਥੇ, ਕਮਿਸ਼ਨ ਨੇ ਜਾ ਕੇ ਉਹਦੀ ਜਿਹੜੀ ਰਿਪੋਰਟ ਫਾਈਲ ਕੀਤੀ ਉਹ ਇੱਕ ਪਕਸ਼ ਨੇ ਲੀਕ ਕਰ ਦਿੱਤੀ ਪਹਿਲਾਂ ਹੀ ਕਿ ਉਸ ਰਿਪੋਰਟ 'ਚ ਇਹ ਹੈ। ਫਿਰ ਉਸ ਕਮਿਸ਼ਨ ਦੇ ਉੱਤੇ ਵੀ ਐਲੀਗੇਸ਼ਨਸ ਲੱਗੇ ਵੀ ਇਹ ਹਿੰਦੂ ਕਮਿਊਨਿਟੀ ਤੋਂ ਸੀ, ਇਸ ਕਰਕੇ ਐਸਾ ਹੋ ਗਿਆ। ਉਹਦੇ ਵਿੱਚ ਫਿਰ ਜਿਹੜਾ ਮੀਡੀਆ ਦੇ ਜ਼ਰੀਏ ਆ ਵੀ ਉੱਥੇ ਇੱਕ ਸ਼ਿਵਲਿੰਗ ਦਾ ਪ੍ਰਤੀਕ ਹੈਗਾ, ਤਾਂ ਦੂਸਰੇ ਕਹਿ ਰਹੇ ਨਹੀਂ ਇਹ ਸ਼ਿਵਲਿੰਗ ਨਹੀਂ, ਇਹ ਵੈਸੇ ਹੀ ਕੋਈ ਚੀਜ਼ ਹੈਗੀ ਹੈ, ਇਹ ਫੁਹਾਰਾ ਹੈ। ਇਸ ਕਿਸਮ ਦੀਆਂ ਗੱਲਾਂ ਚੱਲਦੀਆਂ ਆ ਰਹੀਆਂ ਸੀ। ਔਰ ਇਹ ਕਮਿਸ਼ਨ ਉਹ ਜਿਹੜੀ ਕੋਰਟ ਦੇ ਵਿੱਚ ਉਹ ਰਿਪੋਰਟ ਇਸ ਵੇਲੇ ਬੰਦ ਲਿਫਾਫੇ 'ਚ ਇੱਕ ਤਰ੍ਹਾਂ ਪਈ ਹੈ, ਉਹਦੇ ਉੱਤੇ ਹਲੇ ਫੈਸਲਾ ਆਉਣਾ ਵੀ ਕੀ ਹੈ। ਤਾਂ ਇਸ ਤੋਂ ਬਾਅਦ ਜਿਹੜਾ ਇਹ 5 ਔਰਤਾਂ ਨੇ, ਜਿਨ੍ਹਾਂ 'ਚ ਇੱਕ ਲక్ష్ਮੀ ਨਾਂ ਦੀ ਔਰਤ ਹੈ, ਇੱਕ ਹੋਰ ਔਰਤ ਹੈ, ਤਾਂ ਇਸ ਤਰ੍ਹਾਂ ਟੋਟਲ 5 ਔਰਤਾਂ ਨੇ ਜਿਨ੍ਹਾਂ ਨੇ ਇੱਕ ਐਪਲੀਕੇਸ਼ਨ ਜਿਹੜੀ ਹੈ ਉਹ ਬਨਾਰਸ ਕੋਰਟ ਦੇ ਵਿੱਚ ਦਿੱਤੀ ਵੀ ਅਸੀਂ ਕਿਉਂਕਿ ਇੱਥੇ ਪੂਜਾ ਕਰਦੀਆਂ ਸਾਲ 'ਚ 3 ਵਾਰੀ, ਸਾਨੂੰ ਇੱਥੇ ਹਮੇਸ਼ਾ ਪੂਜਾ ਦਾ ਅਧਿਕਾਰ ਦਿੱਤਾ ਜਾਵੇ। ਇਹ ਗੱਲ ਨੂੰ ਲੈ ਕੇ ਇਹ ਜਿਹੜਾ ਦੁਬਾਰਾ ਤੋਂ ਜਿਹੜਾ ਇਸ਼ੂ ਹੈ ਇਹ ਰੇਜ਼ ਹੋ ਗਿਆ। ਔਰ ਜਿਹੜੇ ਲਾਅ ਦੇ ਸਪੈਸ਼ਲਿਸਟ ਸੀ ਉਹ ਇਹ ਕਹਿੰਦੇ ਸੀ ਕਿ ਅਗਰ 711 ਰੂਲ ਜਿਹੜਾ ਹੈਗਾ, ਜਿਹੜਾ ਇਹ ਕਹਿੰਦਾ ਕਿ ਜਿਹੜੀ ਯਥਾ ਸਥਿਤੀ ਵਾਲੀ ਗੱਲ ਹੈ ਕਿ ਜੈਸਾ ਹੈ, ਯਾਨੀ ਕਿ ਇੱਥੇ ਅਗਰ 3 ਵਾਰੀ ਸਾਲ 'ਚ ਪੂਜਾ ਹੁੰਦੀ ਹੈ ਤਾਂ ਉਹ ਜਿੰਨੀ ਦੇਰ ਬਾਕੀ ਦੇ ਫੈਸਲੇ ਨਹੀਂ ਹੁੰਦੇ ਉਹ ਸਥਿਤੀ ਉੱਥੇ ਬਣੀ ਰਹੇਗੀ। ਤੇ ਆਮ ਤੌਰ ਤੇ ਲੀਗਲ ਐਕਸਪਰਟ ਇਹ ਕਹਿੰਦੇ ਸੀ ਵੀ ਇਹ ਉਸ ਦਾਇਰੇ 'ਚ ਆਉਂਦਾ, ਇਸ ਕਰਕੇ ਮਾਨਯੋਗ ਜਿਹੜੀ ਕੋਰਟ ਹੈ ਉਹ ਇਹਦੇ ਉੱਤੇ ਯਥਾ ਸਥਿਤੀ ਦਾ ਹੀ ਉਹ ਦੇਗੀ। ਪਰ ਇਹਦੇ ਜਦੋਂ ਇਹਨਾਂ ਨੇ ਆਪਣੇ ਤੱਥ ਪੇਸ਼ ਕੀਤੇ, ਆਪਣੇ ਕਲੇਮ ਪੇਸ਼ ਕੀਤੇ, ਤਾਂ ਮਾਨਯੋਗ ਅਦਾਲਤ ਨੇ ਹੁਣ ਇਹ ਗੱਲ ਨੂੰ ਇਹ ਮੰਨ ਲਿਆ ਕਿ ਇਹ ਜਿਹੜੀ ਐਪਲੀਕੇਸ਼ਨ ਹੈ, ਜਿਹੜੀ ਇਹ ਯਾਚਕਾ ਹੈਗੀ ਹੈ, ਜਿਹੜੀ ਇਹ 5 ਔਰਤਾਂ ਨੇ ਦਿੱਤੀ ਹੈਗੀ ਹੈ, ਇਹ ਬਿਲਕੁਲ ਵੀ ਜਿਹੜਾ ਉਹਨਾਂ ਦੋਨੋਂ ਐਕਟਾਂ ਦੇ ਥੱਲੇ ਨਹੀਂ ਹੈਗੀ ਆਉਂਦੀ। ਜਿਹੜੇ ਯਥਾ ਸਥਿਤੀ ਵਾਲੇ ਜਾਂ 2 ਜਿਹੜੇ ਮੇਜਰ ਐਕਟ ਸਥਾਨਾਂ ਨੂੰ ਲੈ ਕੇ ਹੈਗੇ ਨੇ, ਇਸ ਕਰਕੇ ਯਾਚਕਾ ਜਿਹੜੀ ਇਹ ਐਪਲੀਕੇਸ਼ਨ ਹੈ, ਇਹ ਜਿਹੜੀ ਮਤਲਬ ਬੜੀ
ਤੁਸੀਂ ਦਾਇਰ ਕੀਤੀ ਹੈ, ਇਹਨੂੰ ਸੁਣਿਆ ਜਾ ਸਕਦਾ ਹੈ, ਸੁਣੇ ਜਾਣ ਦੇ ਦਾਇਰੇ 'ਚ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਸੁਣੇ ਜਾਣ ਦੇ ਦਾਇਰੇ 'ਚ ਹੀ ਨਹੀਂ ਹੈ, ਤਾਂ ਹੁਣ ਉਹਨੇ ਇੰਨਾ ਕਿਹਾ ਵੀ ਇਹ ਸੁਣੇ ਜਾਣ ਦੇ ਦਾਇਰੇ ਦੇ ਵਿੱਚ ਹੈਗੀ ਹੈ ਔਰ ਇਹਨੂੰ ਸੁਣਿਆ ਜਾਏਗਾ। ਔਰ ਪਹਿਲਾਂ ਵੀ ਜਿਹੜਾ ਉਹ ਸੀ, ਜਿਹੜਾ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਕੋਰਟ ਦੇ ਵਿੱਚ ਬੰਦ ਜਿਹੜੀ ਸੀ, ਉਹ ਵੀ ਸੁਪਰੀਮ ਕੋਰਟ ਦੇ ਥੱਲੇ ਭੇਜਿਆ ਸੀ ਇਸ ਲੋਅਰ ਕੋਰਟ ਨੂੰ ਵੀ ਤੁਸੀਂ ਇਹਦੇ ਉੱਤੇ ਦੇਖੋ ਕੀ ਹੋ ਸਕਦਾ। ਹੁਣ ਜਿਹੜਾ ਹਿੰਦੂ ਪੱਖ ਹੈਗਾ ਇਹਦੇ ਵਿੱਚ, ਕਿਉਂਕਿ ਕਈ ਵਾਰੀ ਸਾਨੂੰ ਹਿੰਦੂ ਮੁਸਲਿਮ ਲੈ ਕੇ ਨਾਲ ਸ਼ਾਇਦ ਕਈ ਵਾਰੀ ਅਸੀਂ ਥੋੜਾ ਹੈਜ਼ਿਟੇਟ ਕਰਦੇ ਹਾਂ ਕਿ ਇਸ ਤਰ੍ਹਾਂ ਕਹੀਏ, ਪਰ ਹੁਣ ਕੋਰਟ ਦੇ ਵਿੱਚ ਜਿਹੜੇ ਦੋ ਪਕਸ਼ ਨੇ ਉਹ ਹਿੰਦੂ ਤੇ ਮੁਸਲਿਮ ਪਕਸ਼ ਕਹਿ ਕੇ ਹੀ ਬਹੁਤਾ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਤਾਂ ਹੁਣ ਹਿੰਦੂ ਪਕਸ਼ ਹਲੇ ਸਿਰਫ ਇਹਨੂੰ ਯਾਦ ਇਸ ਜਿਹੜੀ ਹੈਗੀ ਹੈ ਜਿਹੜੀ ਰਿਟ ਕਹਿ ਲਓ, ਇਹਨੂੰ ਤੁਸੀਂ ਇਹਨੂੰ ਐਪਲੀਕੇਸ਼ਨ ਕਹਿ ਲਓ, ਇਹਦੇ ਦਾਇਰ ਹੋਣ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਸੁਣੀ ਜਾ ਸਕਦੀ ਹੈ, ਇਹਨੂੰ ਉਹ ਹਿੰਦੂਆਂ ਦੀ ਜਿੱਤ ਕਰਕੇ ਦੱਸ ਰਿਹਾ ਹੈ। ਔਰ ਇਸ ਤਰ੍ਹਾਂ ਦਾ ਪ੍ਰਚਾਰ ਮੀਡੀਆ ਦੇ ਵਿੱਚ ਹੋ ਰਿਹਾ ਕਿ ਹੁਣ ਇੱਥੇ ਵੀ ਜਿਸ ਤਰ੍ਹਾਂ ਪਹਿਲਾਂ ਹਲੇ ਕਿ ਰਾਮ ਮੰਦਿਰ ਜਿਹੜਾ ਅਯੋਧਿਆ 'ਚ ਰਾਮ ਜਨਮ ਭੂਮੀ ਹੈ, ਉਹ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਬਣੀ ਹੈ। ਦੋਨੋਂ ਪੱਖ ਤਿਆਰ ਹੋਏ ਆ, ਉਹਨਾਂ ਨੇ ਕੋਰਟ ਨੂੰ ਕਿਹਾ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਨੇ ਆਪਸ 'ਚ ਫੈਸਲਾ ਕਰਕੇ ਕੋਰਟ ਨੂੰ ਦਿੱਤਾ, ਤਾਂ ਫਿਰ ਕੋਰਟ ਨੇ ਉਹਦੇ ਉੱਤੇ ਉਹਨਾਂ ਨੂੰ ਅਲਾਉ ਕੀਤਾ। ਹੁਣ ਇਹ ਜਿਹੜੀ ਹੈ ਹਿੰਦੂ ਪੱਖ ਇਹ ਕਹਿ ਰਿਹਾ ਕਿ ਇੱਥੇ ਵੀ ਉਦਾਂ ਦਾ ਹੀ ਹੋਏਗਾ, ਕਿਉਂਕਿ ਕੋਰਟ ਨੇ ਜਿਸ ਕਿਸਮ ਦੇ ਨਾਲ ਇਸ ਐਪਲੀਕੇਸ਼ਨ ਨੂੰ ਸੁਣਨਾ ਮੰਨ ਲਿਆ, ਇਹ ਉਦਾਂ ਹੀ ਹੋਏਗਾ। ਔਰ ਉਹ ਇਹ ਪ੍ਰਚਾਰਿਤ ਕਰ ਰਹੇ ਆ ਕਿ ਹੁਣ ਅਗਲੀ ਜਿਹੜੀ ਝਾਕੀ ਹੈ ਉਹ ਕ੍ਰਿਸ਼ਨ ਜਨਮ ਭੂਮੀ ਦੀ ਹੈਗੀ ਹੈ। ਇਸ ਕਿਸਮ ਦਾ ਕੁਝ ਲੋਕ ਪ੍ਰਚਾਰ ਕਰ ਰਹੇ, ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ਼ੂ ਹੋਰ ਰੇਜ਼ ਹੋਣਗੇ। ਔਰ ਹੁਣ 22 ਸਤੰਬਰ ਇਹਦੀ ਤਰੀਕ ਜਿਹੜੀ ਹੈ ਸੁਣਨ ਲਈ ਕੋਰਟ ਨੇ ਪਾਈ ਹੈ। ਤੇ ਇੱਥੇ ਮੈਂ ਇੱਕ ਹੋਰ ਗੱਲ ਤੁਹਾਨੂੰ ਧਿਆਨ ਦੇਣਾ ਚਾਹਾਂਗਾ ਕਿ ਜਿੱਦਾਂ ਸਾਡੇ ਪੰਜਾਬ 'ਚ ਚੋਣਾਂ ਹੁੰਦੀਆਂ ਤੇ ਚੰਡੀਗੜ੍ਹ ਦੇ SYL ਦੇ ਮੁੱਦੇ ਖੜੇ ਹੋ ਜਾਂਦੇ ਆ, ਇਸ ਤਰ੍ਹਾਂ ਹੀ ਜਦੋਂ ਲੋਕ ਸਭਾ ਦੀ ਚੋਣ ਆਉਂਦੀ ਹੈ, ਇਹ ਸਾਡੇ ਮੁਲਕ ਦੀ ਬਦਕਿਸਮਤੀ ਹੈ ਕਿ ਅਸੀਂ ਇੱਕ ਵੱਡੀ ਡੈਮੋਕ੍ਰੇਸੀ ਹੋ ਕੇ ਦੁਨੀਆ ਜਦੋਂ ਇਸ ਵੇਲੇ ਸਾਨੂੰ ਇੱਕ ਜਿਹੜੀ ਗਰੋਇੰਗ ਇਕਨੋਮੀ ਦੇ ਰੂਪ ਦੇਖ ਰਹੀ ਹੈ, ਇੱਕ ਵੱਡੇ ਦੇਸ਼ ਦੇ ਰੂਪ ਦੇਖ ਰਹੀ ਹੈ, ਜਿਹਨੂੰ ਸਾਡੇ ਭਾਰਤ ਦੇ ਲੋਕ ਕਦੀ ਇਹ ਵੀ ਕਹਿ ਦਿੰਦੇ ਆ ਕਿ ਅਸੀਂ ਵਿਸ਼ਵ ਗੁਰੂ ਬਣਨ ਵਾਲੇ ਦੁਆਰਾ ਜਾ ਰਹੇ ਹਾਂ, ਦੁਨੀਆ ਨੂੰ ਰਸਤਾ ਦਿਖਾਉਣ ਵੱਲ ਜਾ ਰਹੇ ਹਾਂ। ਤੇ ਸਾਡੀ ਜਿਹੜੀ ਪੋਲਿਟਿਕਸ ਹੈ, ਜਿਹੜੀ ਸਾਡੀ ਪਾਵਰ ਪੋਲਿਟਿਕਸ ਹੈਗੀ ਹੈ, ਉਹ ਹੱਲੇ ਵੀ ਧਰਮ ਜਾਤੀਆਂ ਦੇ ਨਾਂ ਤੇ ਪੋਲਰਾਈਜੇਸ਼ਨ ਕਰਨ ਨੂੰ ਲੈ ਕੇ ਚੱਲ ਰਹੀ ਹੈ। ਔਰ ਇਹ ਜਿਸ ਕਿਸਮ ਦੇ ਨਾਲ ਇਹ ਮੁੱਦੇ ਹੁਣ ਉੱਠੇ ਹੈ, ਔਰ ਇਹ ਵੀ ਉਹਦਾ ਜਿਹੜਾ ਇਹਨੂੰ ਅਸੀਂ ਜਦੋਂ ਪ੍ਰਾਈਮ ਅਫੀਸ਼ੀਆ ਹੀ ਦੇਖਦੇ ਹਾਂ, ਤਾਂ ਫਿਰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਜਿਸ ਸਮੇਂ ਦੇ ਵਿੱਚ ਐਪਲੀਕੇਸ਼ਨ ਆ ਰਹੀਆਂ ਨੇ, ਜਿਸ ਸਮੇਂ 'ਚ ਵਿਵਾਦ ਖੜੇ ਕੀਤੇ ਜਾ ਰਹੇ ਨੇ, ਉਹ ਉਸ ਪੋਲਰਾਈਜੇਸ਼ਨ ਉਹਨਾਂ ਦਾ ਆਧਾਰ ਇਹੀ ਪੋਲਰਾਈਜੇਸ਼ਨ ਹੈ। ਔਰ 2024 ਸਾਡੇ ਲੋਕ ਸਭਾ ਦੇ ਫਿਰ ਇਲੈਕਸ਼ਨਸ ਹੈ, ਤਾਂ ਮੈਨੂੰ ਲੱਗਦਾ ਕਿ ਇਸ ਕਿਸਮ ਦੇ ਇਸ਼ੂਜ਼ ਜਿਹੜੇ ਆ ਉਹ ਹੋਰ ਉੱਭਰ ਕੇ ਜਿਹੜੇ ਆ ਤੁਹਾਡੇ ਸਾਹਮਣੇ ਆਉਣ। ਰਾਕੇਸ਼ ਜੀ, ਬੜਾ ਵਿਸਥਾਰ ਨਾਲ ਤੁਸੀਂ ਗੱਲ ਸਮਝਾਈ। ਅਗੇਨ ਮਾਣਯੋਗ ਅਦਾਲਤ ਨੇ ਕੁਝ ਸੋਚ ਸਮਝ ਕੇ ਕਿਹਾ ਹੋਊਗਾ ਕਿ ਠੀਕ ਹੈ, ਕੋਈ ਫੈਸਲਾ ਤਾਂ ਆਇਆ ਨਹੀਂ, ਉਹਨਾਂ ਨੇ ਸਿਰਫ ਜਿਹੜੀ ਅਪੀਲ ਪਾਈ ਗਈ ਸੀ, ਉਹਨਾਂ ਨੇ ਮਾਣਯੋਗ ਅਦਾਲਤ ਨੇ ਇਹੀ ਕਿਹਾ ਨਾ ਕਿ ਹਾਂ ਇਹ ਜਿਹੜਾ ਅਪੀਲ ਹੈ ਸੁਣਨ ਦੇ ਲਾਇਕ ਹੈ, ਉਸ ਕ੍ਰਾਈਟੀਰੀਆ 'ਚ ਨਹੀਂ ਆਉਂਦੀ ਜਿਹੜੀ ਐਜ਼ ਇਟ ਇਜ਼ ਵਾਲਾ ਹੈਗਾ ਆ। ਬੜੇ ਭਾਵੁਕ ਹੋਣ ਵਾਲੇ ਕਈ ਬੰਦੇ, ਇਹ ਆਪਾਂ ਇੱਕ ਰੈਗੂਲਰ ਸਿਟੀਜ਼ਨ ਜਿਹੜੇ ਆਪਾਂ ਰੈਗੂਲਰ ਨਾਗਰਿਕ ਆ, ਇਹ ਆਪਣਾ ਵੀ ਫਰਜ਼ ਬਣਦਾ ਹੈ ਕਿ ਠੀਕ ਹੈ ਉਹਨਾਂ ਦੀਆਂ ਭਾਵਨਾਵਾਂ ਵੀ ਉਸ ਜਗ੍ਹਾ ਨਾ, ਉਹਨਾਂ ਦੀਆਂ ਬਾਹਰੋਂ ਮੱਥਾ ਟੇਕੋ ਜਾਂ ਜੋ ਵੀ ਕਰਨਾ ਚੁੱਪ ਕਰਕੇ ਕਰੋ, ਇੱਕ ਦੂਜੇ ਨਾਲ ਤੰਗ ਕਰੋ। ਪਰ ਅਗੇਨ ਇਹ ਚੀਜ਼ਾਂ ਫਿਰ ਕਿਉਂ ਉਭਾਰ ਕੇ ਆਉਂਦੀਆਂ ਵਾਰ-ਵਾਰ, ਕਿਉਂਕਿ ਆਪਸੀ ਭਾਈਚਾਰੇ ਨੂੰ ਜਿੱਥੇ ਠੇਸ ਪਹੁੰਚਦੀ ਆਪਾਂ ਗੱਲਾਂ ਹੀ ਕਿਉਂ ਕਰਦੇ ਹਾਂ। ਪਰ ਬਹੁਤ ਸੋਹਣਾ ਤੁਸੀਂ ਵਿਸਥਾਰ ਨਾਲ ਗੱਲ ਸਮਝਾਈ। ਆਪਾਂ ਰੁਕਣਾ ਪਿਆ ਰਾਕੇਸ਼ ਜੀ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ ਸਾਡੇ ਨਾਲ ਬਣੇ ਨੇ ਮਾਣਯੋਗ ਰਾਕੇਸ਼ ਸ਼ਾਂਤੀ, ਦੂਜੀ ਗੱਲ ਕਰ ਰਹੇ ਆਪਾਂ ਗਿਆਨ ਵਾਪੀ ਮਸਜਿਦ ਦੀ। ਰੁਕਦੇ ਹਾਂ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ। ਮੈਂ ਤੁਹਾਡਾ ਗੁਰਲਾਲ ਹਾਜ਼ਰ, ਆਪਣੇ ਨਾਲ ਬਣੇ ਨੇ ਸੀਨੀਅਰ ਜਰਨਲਿਸਟ ਰਾਕੇਸ਼ ਸ਼ਾਂਤੀ ਦੂਜੀ। ਰਾਕੇਸ਼ ਜੀ ਸਵਾਗਤ ਆਫਟਰ ਬ੍ਰੇਕ। ਤੁਸੀਂ ਇੱਕ ਗੱਲ ਹੁਣੀ ਬ੍ਰੇਕ ਤੋਂ ਪਹਿਲਾਂ ਜਿਹੜੀ ਤੁਸੀਂ ਰਾਕੇਸ਼ ਜੀ ਦੱਸੀ ਕਿ ਜਦੋਂ ਚੋਣਾਂ ਆਉਂਦੀਆਂ ਨੇ, ਆਪਣੀ ਬਦਕਿਸਮਤੀ ਹੈ ਉਸ ਦੇਸ਼ ਦੀ ਕਿ ਇੱਦਾਂ ਦੇ ਮੁੱਦੇ ਆ ਜਾਂਦੇ ਜਿਨ੍ਹਾਂ ਨਾਲ ਲੋਕ ਅੱਡੋ ਅੱਡ ਹੋਣ। ਅਗੇਨ ਇਸੇ ਸੰਦਰਭ ਦੇ ਵਿੱਚ ਮੇਰਾ ਕੁਐਸਚਨ ਹੈ, ਸੋ ਫਾਰ ਦੇਖ ਰਹੀ ਹੈ ਕਿ ਜਨਵਰੀ ਦੇ ਮਿਡ ਦੇ ਵਿੱਚ 14 ਜਾਂ 15 ਜਨਵਰੀ 2024 ਨੂੰ ਰਾਮ ਮੰਦਿਰ ਦਾ ਬੜਾ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ, ਠੀਕ ਹੈ ਉਹ ਸ਼ੁਰੂ ਹੋ ਜਾਏਗਾ। ਮੱਥਾ ਤਾਂ ਲੋਕ ਹੱਲੇ ਹੀ ਬਾਹਰੋਂ ਟੇਕਦੇ ਆ, ਪਰ ਐ ਤਾਂ ਸੇਮ ਈਅਰ 2024 'ਚ ਹੀ ਆਪਣੀ ਲੋਕ ਸਭਾ ਦੀਆਂ ਚੋਣਾਂ ਹੈ। ਲੋਕਾਂ ਦਾ ਇਹ ਹੈ ਕਿ ਇਹ ਜਾਣ ਕੇ ਬਣਾਇਆ ਗਿਆ ਕਿਉਂਕਿ ਜਿਹੜੀ ਰਾਜ ਕਰਦੀ ਪਾਰਟੀ ਹੈ ਉਹ ਕਹਿ ਸਕੇ ਕਿ ਅਸੀਂ ਰਾਮ ਮੰਦਿਰ ਬਣਾਇਆ ਤੇ ਐਤਕੀ ਫਿਰ ਸਾਨੂੰ ਵੋਟਾਂ ਦਿਓ। ਗੱਲਾਂ ਫਿਰ ਉੱਥੇ ਹੀ ਕੀ ਜੁੜਦੀਆਂ ਨੇ? ਤੁਹਾਨੂੰ ਲੱਗਦਾ ਇਹ ਕੋਇਨਸੀਡੈਂਸ ਹੈ ਕਿ ਵਾਕਈ ਲੋਕਾਂ ਜਿਹੜੇ ਸ਼ੰਕੇ ਆ ਉਹ ਸਹੀ ਹੈ? ਇਸ ਕਰਕੇ ਕੋਇਨਸੀਡੈਂਸ ਵੀ
ਕਿਹਾ ਜਾ ਸਕਦਾ ਹੈ ਵੀ ਇਹ ਕੋਇਨਸੀਡੈਂਸ ਹੈ, ਕਿਉਂਕਿ ਉਹ ਜਿਹੜਾ ਦੌਰ ਹੁੰਦਾ ਹੈ 15 ਜਨਵਰੀ ਦੇ ਨੇੜੇ ਦਾ, ਉਹ ਸਾਡੇ ਜਿਹੜੀ ਖਾਸ ਤੌਰ ਤੇ ਜਿਹੜੀ ਹਿੰਦੂ ਸੰਪਰਦਾਇ ਹੈ, ਹਿੰਦੂ ਸਮੁਦਾਇ ਕਹ ਲਓ, ਹਿੰਦੂ ਫਿਲਾਸਫੀ ਵਾਲੇ ਲੋਕ ਕਹ ਲਓ, ਜਿਹੜੀ ਉਸ ਉੱਤਰਤਾ ਨੂੰ ਮੰਨਦੇ ਆ, ਉਹ ਐਸਟ੍ਰੋਲੋਜੀ ਨੂੰ ਵੀ ਬਹੁਤ ਮੰਨਦੇ ਆ। ਤਾਂ ਉਹ ਜਿਹੜੇ ਦਿਨ ਹੈ, ਉਹ ਮਹੀਨਾ ਜਿਹੜਾ ਹੈ ਉਸ ਵੇਲੇ, ਦੇਸੀ ਮਹੀਨਾ ਜਿਹੜਾ ਉਸ ਵੇਲੇ ਚੱਲਦਾ ਹੈ, ਉਹਨੂੰ ਸ਼ੁਭ ਮਹੀਨਾ ਮੰਨਿਆ ਗਿਆ। ਤੇ ਇਹ ਮਹੀਨਾ ਜਿਹੜਾ ਹੈ ਇਹ ਨੈਚੁਰਲੀ ਹਰ ਸਾਲ ਹੀ ਆਉਂਦਾ ਵੈਸੇ ਤਾਂ। ਤਿਆਰੀ ਦੀ ਸਥਿਤੀ ਵੀ ਹਲੇ ਸਪਸ਼ਟ ਨਹੀਂ ਹੈ ਕਿ ਉੱਥੇ ਤਿਆਰੀ ਕਿਸ ਕਿਸਮ ਦੀ ਹੈ, ਕਿ ਅਗਰ ਤਾਂ ਉਹ ਬਿਲਕੁਲ ਤਿਆਰ ਹੈ ਤੇ ਫਿਰ ਉਹ ਜਿਹੜੀ ਰੀਸੈਂਟ ਮਤਲਬ ਜਨਵਰੀ ਆਣੀ ਹੈ ਉਹਦੇ ਵਿੱਚ ਵੀ ਕੀਤਾ ਜਾ ਸਕਦਾ, 23 ਦੀ ਜਨਵਰੀ 'ਚ ਵੀ ਕੀਤਾ ਜਾ ਸਕਦਾ ਜੀ। ਪਿਕਚਰ ਮੇਰੇ ਖਿਆਲ ਦੇ ਨਾਲ ਅਗਰ ਇਸ ਗੱਲ ਨੂੰ ਕਹਿਣ ਲੱਗਿਆ, ਉਹ ਇਸ ਗੱਲ ਨੂੰ ਉਸ ਪਲੇਟਫਾਰਮ ਤੋਂ, ਰਿਲੀਜੀਅਸ ਪਲੇਟਫਾਰਮ ਤੋਂ ਕਹਿਣ ਦੀ ਬਜਾਏ ਪਹਿਲਾਂ ਇਹ ਗੱਲ ਆਉਂਦੀ ਕਿ ਜਿਹੜੇ ਇੰਜੀਨੀਅਰਸ ਜਿਹੜੇ ਨੇ, ਜਿਹੜੇ ਉਹਨੂੰ ਬਣਾ ਰਹੇ ਨੇ ਇਸ ਵੇਲੇ, ਉਹ ਇੱਕ ਰਿਪੋਰਟ ਲੈ ਕੇ ਆਉਂਦੇ ਬਈ ਇਸ ਮੰਦਿਰ ਦੀ ਕੰਪਲੀਸ਼ਨ ਜਿਹੜੀ ਹੈ ਉਹ ਇੰਨੀ ਤਰੀਕ ਤੱਕ ਹੋ ਜਾਏਗੀ, ਅਸੀਂ ਫਿਰ ਇਹ ਜਿਹੜਾ ਹੈ ਉੱਥੇ ਦੀ ਮੈਨੇਜਮੈਂਟ ਨੂੰ ਜਾਂ ਉਹ ਜਿਹੜਾ ਟਰਸਟ ਬਣਿਆ ਅਸੀਂ ਉਹਨੂੰ ਹੈਂਡਓਵਰ ਕਰ ਦਿਆਂਗੇ। ਤੇ ਫਿਰ ਟਰਸਟ ਉਹਦੇ ਉੱਤੇ ਕੋਈ ਉਸ ਵੇਲੇ ਜਾ ਕੇ ਉਹਦੀ ਕੰਪਲੀਸ਼ਨ ਤੋਂ ਬਾਅਦ ਇਹ ਡਿਕਲੇਅਰ ਕਰਦਾ ਹੈ ਕਿ, ਕਿਉਂਕਿ ਪਹਿਲਾ ਟਾਰਗੇਟ ਤਾਂ ਕਿਸੇ ਵੀ ਬਿਲਡਿੰਗ ਦਾ ਜਿਹੜਾ ਹੈਗਾ ਉਹ ਕੰਪਲੀਸ਼ਨ ਹੁੰਦਾ ਹੈ, ਉਹ ਕੰਪਲੀਟ ਕਦੋਂ ਹੋਏਗੀ। ਫਿਰ ਉਹਦੇ ਤੋਂ ਬਾਅਦ ਉਹਦੀ ਤਿਆਰੀ ਹੁੰਦੀ ਹੈ ਕਿ ਹੁਣ ਇਹਨੂੰ ਜਿਹੜਾ ਇਹਦਾ ਲੋਕਾਰਪਣ ਕਦੋਂ ਕੀਤਾ ਜਾਊਗਾ, ਪਬਲਿਕ ਨੂੰ ਕਦੋਂ ਸੌਂਪਿਆ ਜਾਊਗਾ, ਪਬਲਿਕਲੀ ਖੋਲਿਆ ਕਦੋਂ ਜਾਊਗਾ। ਤੋ ਇਸ ਕ੍ਰਾਈਟੇਰੀਆ ਦੇ ਨਾਲ ਅਗਰ ਆਉਂਦਾ ਤਾਂ ਸ਼ਾਇਦ ਲੋਕੀ ਥੋੜੀ ਸ਼ੰਕਾ ਘੱਟ ਕਰਦੇ, ਪਰ ਕਿਉਂ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਇਹ ਬਹੁਤ ਜ਼ਿਆਦਾ ਇਨਵੋਲਵਮੈਂਟ ਜਿਹੜੀ ਹੈ ਮੰਦਿਰ ਨੂੰ ਲੈ ਕੇ, ਜਦੋਂ ਇਹਦੇ ਵਿੱਚ ਬਹੁਤ ਸਾਰੇ ਪੱਖਾਂ ਨੇ ਭੂਮਿਕਾ ਅਦਾ ਕੀਤੀ। ਸ਼੍ਰੀ ਰਵੀ ਸ਼ੰਕਰ ਦਾ ਵੀ ਬਹੁਤ ਵੱਡਾ ਰੋਲ ਰਿਹਾ, ਜਿਨ੍ਹਾਂ ਨੇ ਮਿਊਚੁਅਲ ਅੰਡਰਸਟੈਂਡਿੰਗ ਵੀ ਲੋਕ ਤਿਆਰ ਕੀਤੇ। ਅੱਛਾ, ਫਿਰ ਇਹਦਾ ਜਿਹੜਾ ਉਦਘਾਟਨ ਇੱਕ ਐਸੇ ਪੀਰੀਅਡ 'ਚ ਜਿਹੜੀ ਇਹਦੀ ਪੂਜਾ ਕਰਕੇ ਜਿਹੜਾ ਇਹਨੂੰ ਬਣਾਉਣਾ ਸ਼ੁਰੂ ਕਰਨ ਦੀ ਹੈ, ਉਹ ਇੱਕ ਐਸੇ ਪੀਰੀਅਡ 'ਚ ਹੋਇਆ ਜਿਹੜਾ ਕੋਵਿਡ ਦਾ ਪੀਰੀਅਡ ਸੀ। ਉਹ ਵੀ ਜਿਹੜਾ ਕੋਵਿਡ ਪੀਰੀਅਡ 'ਚ ਹੋਣ ਦੇ ਨਾਲ ਹੈ ਕਿ ਬਹੁਤ ਹਾਜ਼ਰੀ ਘੱਟ ਰਹੀ, ਔਰ ਕੇਂਦਰਿਤ ਜਿਹੜਾ ਉਹ ਬਹੁਤਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੇ ਰਿਹਾ। ਔਰ ਇਸ ਵੇਲੇ ਜਿਹੜੀ ਸੱਤਾਰੂੜ ਪਾਰਟੀ ਹੈ ਇੱਥੇ ਦੀ ਬੀਜੇਪੀ ਜਿਹੜੀ ਹੈ, ਉਹਦਾ ਟੋਟਲ ਕੇਂਦਰ ਬਿੰਦੂ ਜਿਹੜਾ ਉਹ ਇੱਕ ਵਿਅਕਤੀ ਹੈ, ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ। ਆਮ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਮੰਨਣਾ ਇਹ ਹੁੰਦਾ ਸੀ ਕਿ ਸੰਗਠਨ ਸਰਵੋੱਚ ਕਰਕੇ ਉਹਨਾਂ ਦਾ ਇੱਕ ਨਾਰਾ ਹੁੰਦਾ ਸੀ ਕਿ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਕਿਸੇ ਵੀ ਵਿਅਕਤੀ ਤੋਂ ਉੱਚੀ ਹੈ। ਲਾਲ ਕ੍ਰਿਸ਼ਨ ਅਡਵਾਨੀ ਬਹੁਤ ਵੱਡੇ, ਹਾਲੇ ਕਿ ਉਹ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਉੱਪਰ ਵੀ ਸਟੈਂਪ ਸੀ ਕਿ ਇਹ ਜਿਹੜੇ ਹੈ ਇਹ ਕੱਟੜ ਹਿੰਦੂ ਲੀਡਰ ਨੇ। ਉਹਨਾਂ ਦੇ ਪੈਰਲਲ ਮਿਸਟਰ ਅਟਲ ਬਿਹਾਰੀ ਵਾਜਪੇਈ, ਸਾਡੇ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਦਿਵੰਗਤ ਨੇ ਇਸ ਵੇਲੇ ਸਵਰਗੀ, ਤੇ ਉਹਨਾਂ ਦੇ ਸਮੇਂ ਇਹ ਸੀ ਕਿ ਇੱਕ ਲਿਬਰਲ ਲੀਡਰ ਹੈ। ਰਾਮ ਮੰਦਿਰ ਦੀ ਦੇ ਵਿੱਚ ਉਹ ਰਹਿੰਦਿਆਂ ਹੋਇਆਂ ਵੀ, ਉਸ ਪਾਰਟੀ 'ਚ ਰਹਿੰਦਿਆਂ ਹੋਇਆਂ ਵੀ ਉਹਨਾਂ ਨੇ ਡਿਸਟੈਂਸ ਬਣਾ ਕੇ ਉਹ ਚੱਲਦੇ ਸੀ। ਸੋ ਜਿਹੜਾ ਸੀ ਕਿ ਇਹ ਟੋਟਲ ਰਾਮ ਮੰਦਿਰ ਦੀ ਜਿਹੜੀ ਪੂਜਾ ਹੈ, ਉਹਦੇ ਨਿਰਮਾਣ ਦੀ ਦੇਖ ਰੇਖ ਹੈ, ਇਹਦੇ ਵਿੱਚ ਨਿਰੰਤਰ ਸਾਡੇ ਜਿਹੜੇ PM ਸਾਹਿਬ ਹੈ ਉਹਨਾਂ ਦੀਆਂ ਸਟੇਟਮੈਂਟਸ ਵੀ ਆਉਂਦੀਆਂ ਰਹਿੰਦੀਆਂ ਨੇ ਰਾਮ ਮੰਦਿਰ ਨੂੰ ਲੈ ਕੇ। ਉਹ ਫਿਰ ਉਹਦਾ ਪ੍ਰਭਾਵ ਇਹ ਰਹਿੰਦਾ ਹੈ ਕਿ ਉਹ ਇਸ ਗੱਲ ਨੂੰ ਜਿਹੜੀ ਹੈ ਸੱਤਾਰੂੜ ਜਿਹੜਾ ਪੱਖ ਹੈ ਉਹ ਇਹਦੇ ਨੂੰ ਪੋਲਿਟਿਸਾਈਜ਼ ਕਰਦਾ ਜਾ ਰਿਹਾ ਲਗਾਤਾਰ। ਤਾਂ ਇਸ ਕਿਸਮ ਦੇ ਪ੍ਰਭਾਵ ਦੇ ਵਿੱਚ ਜਦੋਂ ਇਹ ਗੱਲ ਚੱਲ ਕੇ ਆਉਂਦੀ ਜਿਹੜੀ ਤੁਸੀਂ ਕਹੀ ਬਈ 14 ਜਨਵਰੀ ਨੂੰ ਉਹਦੀ ਓਪਨਿੰਗ ਦਾ ਜਿਹੜਾ ਇੱਕ ਮੈਸੇਜ ਦਿੱਤਾ ਗਿਆ, ਪਹਿਲਾਂ ਹਲੇ ਹੁੰਦੀ ਹੈ ਯਾਨੀ ਪ੍ਰਸਤਾਵਿਤ ਹੈ ਕਿ 14 ਜਨਵਰੀ, ਅਗਰ ਉਹਦੀ ਕੰਪਲੀਸ਼ਨ ਨਹੀਂ ਹੋਏਗੀ ਹੋ ਸਕਦਾ ਲੇਟ ਵੀ ਹੋ ਜਾਏ, ਪਰ 14 ਜਨਵਰੀ ਉਹਦੀ ਡੇਟ ਦਿੱਤੀ ਗਈ ਹੈ। ਤੇ ਉਹਦਾ 14 ਜਨਵਰੀ ਨੂੰ ਜਦੋਂ ਅਸੀਂ ਪੋਲੀਟੀਕਲੀ ਕੈਲਕੂਲੇਟ ਕਰਦੇ ਹਾਂ 14 ਜਨਵਰੀ 2024, ਤਾਂ ਫਿਰ ਉਹਦੀ ਸਾਡੀ ਜਿਹੜੀ ਕੈਲਕੂਲੇਸ਼ਨ ਹੈ ਉਹਦੇ ਵਿੱਚ ਇੱਕ ਬੂਮ ਬਣਿਆ ਹੋਏਗਾ ਰਾਮ ਮੰਦਿਰ ਦੇ ਨੂੰ ਲੈ ਕੇ, ਜਿਹੜਾ ਲੋਕਾਂ ਦਾ ਭਾਵ ਹੋਏਗਾ। ਔਰ ਉਹ ਜਿਹੜੀ ਸਰਕਾਰ ਹੈ ਜਿਹੜੀ ਅੱਜ ਦੀ ਜਿਹੜੇ ਦੁਬਾਰਾ ਤੋਂ ਜਿਹੜਾ ਜਨਾਦੇਸ਼ ਲੈਣ ਲਈ ਆਉਣਾ ਲੋਕਾਂ ਦੇ ਵਿੱਚ ਪਿਛਲੀ ਵਾਰੀ, ਤੇ ਉਹਨੂੰ ਫਿਰ ਨਿਸ਼ਚਿਤ ਤੌਰ ਤੇ ਉਹਦਾ ਜਿਹੜਾ ਪੋਲੀਟੀਕਲ ਜਿਹੜੇ ਐਨਾਲਾਈਜ਼ਰ ਨੇ, ਜਿਹੜੇ ਐਨਾਲਿਟਿਕ ਨੇ, ਜਿਹੜੇ ਉਹਨੂੰ ਸਮੀਖਿਆ ਕਰ ਰਹੇ ਆ, ਉਹ ਇਹ ਗੱਲ ਨਿਸ਼ਚਿਤ ਤੌਰ ਤੇ ਕਹਿਣਗੇ, ਆਪੋਜੀਸ਼ਨ ਵੀ ਇਹ ਕਹੇਗੀ ਵੀ ਇਹਦਾ ਜਿਹੜਾ ਇਹਨੂੰ ਫਿਰ ਤੋਂ ਇਹਨੂੰ ਪੋਲੀਟੀਸਾਈਜ਼ ਕੀਤਾ ਜਾ ਰਿਹਾ। ਇਹਨੂੰ ਇਸ ਧਿਆਨ 'ਚ ਰੱਖ ਕੇ ਲੋਕ ਭਾਵਨਾਵਾਂ ਜਿਹੜੀਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਉਹਨਾਂ ਨੂੰ ਉਭਾਰ ਕੇ ਜਿਹੜਾ ਹੈ ਉਹ ਜਿਹੜੀ ਸੱਤਾਰੂੜ ਦਲ ਹੈ ਇਹਨੂੰ ਉਪਲਬਧੀ ਦੇ ਰੂਪ ਦੇ ਵਿੱਚ ਲੈ ਕੇ ਆਏਗਾ। ਹਾਲੇ ਕਿ ਇਹ ਜਿਹੜਾ ਸਰਕਾਰੀ ਇਹ ਉਪਲਬਧੀਆਂ ਸਰਕਾਰ ਦੇ ਸਤਰ ਤੇ ਨਹੀਂ ਹੁੰਦੀਆਂ, ਸਮਾਜ ਦੀ ਲੜਾਈ ਹੈ। ਸਮਾਜ ਇਕੱਠਾ ਹੋਇਆ, ਸਮਾਜ ਦੇ ਪੈਸੇ ਦੇ ਨਾਲ ਬਣ ਗਿਆ, ਔਰ ਪੋਲੀਟੀਸਾਈਜ਼ ਕੀਤਾ ਜਾਏਗਾ ਤਾਂ ਫਿਰ ਇਹ ਪ੍ਰਭਾਵ ਆਏਗਾ ਹੀ ਆਏਗਾ ਕਿ ਜਿਹੜੀ 14 ਜਨਵਰੀ ਤੈਅ ਕੀਤੀ ਗਈ ਹੈ ਉਹ ਇਸੇ ਸੋਚ ਦੇ ਨਾਲ ਤੈਅ ਕੀਤੀ ਗਈ ਹੈ ਕਿ ਜਿਹੜਾ 2024 ਦਾ ਚੁਣਾਵ ਹੈ ਉਹਦੇ ਵਿੱਚ ਜਿਹੜੀ ਹਿੰਦੂ ਸੰਪਰਦਾਇ ਹੈਗਾ ਉਹਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਜਾਂ ਹਿੰਦੂ ਪੋਲਰਾਈਜੇਸ਼ਨ ਕਰਕੇ ਜਿਹੜਾ ਵੋਟ ਲਿਆ ਜਾਵੇ। ਕਿਉਂਕਿ ਇਹ ਮੰਦਿਰ ਵੀ ਜਿਹੜਾ ਕੁਦਰਤੀ ਤੌਰ ਤੇ ਉਸ ਖਿੱਤੇ 'ਚ ਹੈ ਭਾਰਤ ਦੇ ਉੱਤਰ ਪ੍ਰਦੇਸ਼ ਦੇ ਵਿੱਚ,
ਜਿਹੜਾ ਜਿੱਥੇ ਬਹੁਤ ਵੱਡੀ ਪੋਪੂਲੇਸ਼ਨ ਆ, ਸਭ ਤੋਂ ਜ਼ਿਆਦਾ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਵੀ ਉੱਥੇ ਹੈ, ਤਾਂ ਉਹ ਉੱਥੇ ਦੇ ਲੋਕਾਂ ਦਾ ਜਿਹੜਾ ਮਾਈਂਡਸੈਟ ਵੀ ਹੈਗਾ, ਉਹ ਸਾਡੇ ਜਿਸ ਤਰ੍ਹਾਂ ਪੰਜਾਬ 'ਚ ਸਾਡੇ ਅਸੀਂ ਲੋਕ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਤੇ ਚੱਲਦੇ ਹਾਂ, ਤਾਂ ਅਸੀਂ ਬਿਲਕੁਲ ਉਸੇ ਇੱਕ ਦਾ ਇੱਕ ਸਕੇਲ ਮੁਬਾਰਕ ਦੀ ਗੱਲ ਕਰਦੇ ਹਾਂ। 50 ਕਿਸਮ ਦੀਆਂ ਗੱਲਾਂ ਸਾਡੇ ਪੰਜਾਬ 'ਚ ਵੀ ਪੋਲਰਾਈਜੇਸ਼ਨ ਦੀਆਂ ਉਛਾਲੀਆਂ ਜਾਂਦੀਆਂ, ਪਰ ਪੰਜਾਬ ਇਸ ਕਿਸਮ ਦੇ ਇਸ਼ੂਜ਼ ਦੇ ਉੱਤੇ ਪੋਲਰਾਈਜ਼ ਨਹੀਂ ਹੁੰਦਾ ਵੀ ਧਰਮ ਦੇ ਉੱਤੇ ਹੋ ਜਾਏ, ਜਾਤੀ ਦੇ ਨਾਲ। ਬੇਸ਼ੱਕ ਧਰਮ ਜਾਤੀਆਂ ਸਾਡੇ ਹੈਗੀਆਂ, ਕੰਟਰੋਵਰਸੀਜ਼ ਆਉਂਦੀਆਂ, ਪਰ ਪੋਲਰਾਈਜੇਸ਼ਨ ਅਸੀਂ ਵੇਖਣ ਨੂੰ ਸਾਡੇ ਪੋਲੀਟੀਕਲੀ ਨਹੀਂ ਮਿਲ ਪਾਉਂਦੀ। ਇਸ਼ੂਜ਼ ਕੰਮ ਕਰਦੇ ਆ, ਪਰ ਯੂਪੀ ਦੇ ਵਿੱਚ ਅਕਸਰ ਜਿਹੜਾ ਹੈ, ਯੂਪੀ ਬਿਹਾਰ ਜਿਹੜਾ ਹੈ, ਇੱਥੇ ਅਕਸਰ ਇਹ ਦਿਖਦਾ ਹੈ ਬਈ ਇਸ ਕਿਸਮ ਦੀ ਪੋਲਰਾਈਜੇਸ਼ਨ ਹੁੰਦੀ ਹੈ। ਤਾਂ ਜਦੋਂ ਇਹ ਸਾਰੇ ਅਸੀਂ ਇਸ ਚੀਜ਼ ਨੂੰ ਭੰਗਾਲਦੇ ਹਾਂ, ਇਸ ਵਿਸ਼ੇ ਦੇ ਉੱਤੇ ਇਸ ਦ੍ਰਿਸ਼ਟੀ ਨਾਲ, ਇਸ ਨਜ਼ਰੀਏ ਨਾਲ ਦੇਖਦੇ ਹਾਂ, ਤਾਂ ਫਿਰ ਇਹਨੂੰ ਵੇਖਣ ਦੇ ਇੱਥੋਂ ਇਹ ਲੱਗਦਾ ਹੈ ਵੀ ਇਹ ਜਿਹੜਾ ਕਿਤੇ ਨਾ ਕਿਤੇ ਇਹ ਚੋਣ ਦੀ ਤਿਆਰੀ ਦੇ ਇੱਕ ਹਿੱਸੇ ਵਜੋਂ ਜਿਹੜਾ ਹੈ, ਉਹ ਜਿਹੜੀ ਮੈਨੇਜਮੈਂਟ ਹੈ, ਜਿਹੜਾ ਟਰਸਟ ਹੈ, ਉਹ ਕਿਉਂਕਿ ਉਹ ਹੋ ਸਕਦਾ ਸੱਤਾ ਪੱਖੀ ਹੋਵੇ, ਤਾਂ ਉਹਨਾਂ ਨੇ ਹੀ ਇਹ ਡੇਟ ਸੱਤਾ ਦੇ ਵਾਲਿਆਂ ਦੇ ਨਾਲ ਤੈਅ ਕਰਕੇ ਜਿਹੜਾ ਇਹ ਕੀਤਾ ਹੋਵੇ। ਇਹ ਪ੍ਰਭਾਵ ਲੈਣਾ ਜਿਹੜਾ ਜਾਂ ਆਉਣਾ ਜਿਹੜਾ ਹੈਗਾ, ਇਹ ਮੰਨਿਆ ਜਾ ਸਕਦਾ ਹੈ ਕਿ ਇਹ ਹੋ ਸਕਦਾ ਇਸ ਵਜ੍ਹਾ ਨਾਲ ਹੋਇਆ। ਜੀ ਜੀ ਰਕੇਸ਼ ਜੀ, ਆਪਾਂ ਅਰਦਾਸ ਕਰਦੇ ਹਾਂ ਕਿ ਸਾਰਿਆਂ ਨੂੰ ਸਮਤ ਬਖਸ਼ੇ। ਵੋਟ ਤਾਂ ਤੁਸੀਂ ਆਪ ਸੋਚ ਕੇ ਪਾਉਣੀ, ਜਿਹਨੂੰ ਮਰਜ਼ੀ ਪਾਓ, ਆਹ ਚੀਜ਼ਾਂ ਵਿੱਚ ਨਾ ਲਿਆਓ। ਅਗੇਨ ਆਪਾਂ ਬਹੁਤ ਕਰ ਲਿਆ ਮੰਦਰ ਮਸਜਿਦ, ਪਰਮਾਤਮਾ ਸਾਰਿਆਂ ਨੂੰ ਰਾਜੀ ਰੱਖੇ। ਆਪਾਂ ਅੱਗੇ ਵੱਧਦੇ ਹਾਂ। ਕਾਂਗਰਸ ਦਾ ਸਰ ਰਕੇਸ਼ ਜੀ ਚੱਲ ਰਿਹਾ ਭਾਰਤ ਜੋੜੋ ਜਿਹੜਾ ਅਭਿਆਨ ਚੱਲ ਰਿਹਾ ਆ, ਉਹ ਬਹੁਤ ਚੰਗੀ ਗੱਲ ਹੈ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਿਆਂ ਦੀ ਇੱਕੋ ਹੀ ਸੋਚ ਹੋਵੇ, ਜਿਹੜੀਆਂ ਗੱਲਾਂ ਆਪਾਂ ਹੁਣੇ ਕਰਕੇ ਹਟੇ ਹਾਂ। ਅਗੇਨ ਕਿਤੇ ਨਾ ਕਿਤੇ ਉਹ ਵੀ ਇਸੇ ਸੰਦਰਭ ਦੇ ਵਿੱਚ ਵੀ ਆਉਂਦੀ ਆ ਗੱਲ, ਪਰ ਉਹ ਵਿਚਾਰੇ ਚੱਲਦੇ ਕਿਤੇ 15 ਕਿਲੋਮੀਟਰ ਆ, ਫਿਰ 17 ਕਿਲੋਮੀਟਰ ਆ, ਕਿਤੇ 18, ਫਿਰ ਉੱਥੇ ਜਾ ਕੇ ਆਰਾਮ ਨਾਲ ਆਪਦਾ ਬਹਿ ਜਾਂਦੇ ਆ। ਉਹ ਗੱਲ ਜੁੜਦੀ ਜੀ ਨਹੀਂ ਲੱਗਦੀ। ਜਿਹੜੇ ਬੁੱਧੀਜੀਵੀ ਲੋਕ ਆ ਉਹ ਇਹ ਰਕੇਸ਼ ਜੀ ਜਾਣਨਾ ਚਾਹੁੰਦੇ ਕਾਂਗਰਸ ਨੂੰ ਪਹਿਲਾਂ ਕਾਂਗਰਸ ਜੁੜੋ ਅਭਿਆਨ ਜਾਣਾ ਚਾਹੀਦਾ ਹੈ, ਕਿਉਂਕਿ ਉਹ ਵੀ ਕਹਿੰਦੇ ਹੁੰਦੇ ਨਾ ਉਹਨਾਂ ਦੇ ਜਿਹੜੇ ਆਪਦੇ ਮਾਲਾ ਦੇ ਮਣ ਕੇ ਕਿਰਦੇ ਜਾਂਦੇ। ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਕਾਂਗਰਸ ਬੇਸ਼ੱਕ ਇਸ ਵੇਲੇ ਸੁਪਰੀਮ ਲੀਡਰ ਦੇ ਤੌਰ ਤੇ ਪ੍ਰਧਾਨ ਬੇਸ਼ੱਕ ਨਹੀਂ ਹੈਗੇ, ਪਰ ਸੁਪਰੀਮ ਅਥਾਰਟੀ ਇਸ ਦੇ ਵਿੱਚ ਵਨ ਆਫ ਦੀ ਸੁਪਰੀਮ ਅਥਾਰਟੀ ਜਿਹੜੀ ਪਰਿਵਾਰ ਦੀ ਜਿਹੜੀ, ਕਿਉਂਕਿ ਉੱਥੇ ਪਰਿਵਾਰ ਸੁਪਰੀਮ ਅਥਾਰਟੀ ਹੈ, ਤਾਂ ਉਹਦੇ ਵਨ ਆਫ ਦੀ ਦੈਟ ਫੈਮਿਲੀ ਜਿਹੜੇ ਉਹ ਮੈਂਬਰ ਨੇ ਰਾਹੁਲ ਗਾਂਧੀ, ਔਰ ਕੇਂਦਰ ਬਿੰਦੂ ਵੀ ਨੇ, ਕਿਉਂਕਿ ਉਹਨਾਂ ਦੇ ਕੋਲ ਜਿਹੜਾ ਇੱਕ ਚਿਹਰਾ ਨੇ ਇੱਕ ਤਰ੍ਹਾਂ ਦੇ ਉਹਨਾਂ ਦੀ ਪਾਰਟੀ ਦਾ ਇਸ ਵੇਲੇ। ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੂੰ ਜਿੰਨਾ ਆਪੋਜੀਸ਼ਨ ਨੇ ਭੰਡ ਦਿੱਤਾ, ਪੱਪੂ ਬਣਾ ਦਿੱਤਾ, ਦੂਸਰਾ ਕਰਤਾ, ਇਹ ਸੋਸ਼ਲ ਮੀਡੀਆ ਦਾ ਜਿਹੜਾ ਇੱਕ ਬੜਾ ਵੱਡਾ ਪ੍ਰਭਾਵ ਪਿਛਲੇ ਦਿਨਾਂ 'ਚ ਰਿਹਾ ਹੈ। ਔਰ ਕਾਂਗਰਸ ਦੀ ਜਿਹੜੀ 60 ਸਾਲ ਦੇ ਰਾਜ 'ਚ ਉਹਨਾਂ ਨੇ ਜਿਹੜੀ ਕਰਪਸ਼ਨ ਕੀਤੀ ਹੈ, ਪਰਿਵਾਰਵਾਦ ਕੀਤਾ ਹੈ, ਉਹ ਜਿਸ ਕਿਸਮ ਨਾਲ ਐਕਸਪੋਜ਼ ਹੋਇਆ ਹੈ, ਉਸ ਦੌਰ ਦੇ ਵਿੱਚ ਕਾਂਗਰਸ ਜਿਹਦਾ ਹਾਸ਼ੀਏ ਤੇ ਪਹੁੰਚੀ ਹੈ, ਵੀ ਇੱਕ ਵੱਡਾ ਕਾਰਨ ਰਿਹਾ ਉਹਦੇ ਵਿੱਚ। ਔਰ ਰਾਹੁਲ ਗਾਂਧੀ ਹੋ ਸਕਦਾ ਮਤਲਬ ਇੰਟੈਲੀਜੈਂਸੀਆ ਦੇ ਵਿੱਚ ਵੀ ਉਹ ਅੱਛਾ ਦਿਮਾਗ ਰੱਖਦੇ ਹੋਣ, ਅਗਰ ਦੁਨੀਆ ਘੁੰਮਦੇ ਆ, ਫੈਮਿਲੀ 'ਚੋਂ DNA ਜੋ ਆਏ ਆ ਪੋਲੀਟੀਕਲੀ ਜਿਹੜਾ ਹੈ, ਪਰ ਇੱਕ ਸੋਸ਼ਲ ਮੀਡੀਆ ਦੇ ਪ੍ਰਭਾਵ ਨੇ ਉਹਨਾਂ ਨੂੰ ਉੱਥੇ ਧੱਕ ਦਿੱਤਾ ਹਾਸ਼ੀਏ ਤੇ, ਕਿ ਜਿੱਥੋਂ ਵਿਅਕਤੀ ਲਈ ਉੱਭਰਨਾ ਜਿਹੜਾ ਹੈ ਉਹ ਔਖਾ ਹੈ। ਤੇ ਇਹ ਜਿਹੜੀ ਤੁਸੀਂ ਪਦ ਯਾਤਰਾ ਦੀ ਗੱਲ ਕੀਤੀ ਹੈ, ਮੈਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਰਾਹੁਲ ਗਾਂਧੀ ਅਗਰ ਇਹਦਾ ਨਾਂ, ਕਿਉਂਕਿ ਰਾਹੁਲ ਗਾਂਧੀ ਨੂੰ ਜੋ ਆਪਣੇ ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ 'ਚ ਕਰਨਾ ਚਾਹੀਦਾ ਸੀ ਇੱਕ ਅਕਸ ਦੇ ਰੂਪ ਲਈ, ਉਹਨੇ ਬਹੁਤ ਲੇਟ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਇਹਦਾ ਨਾਂ ਭਾਰਤ ਜੋੜੋ ਯਾਤਰਾ ਦੀ ਬਜਾਏ, ਕਿਉਂਕਿ ਭਾਰਤ ਕਿਤੇ ਵੀ ਟੁੱਟਿਆ ਹੋਇਆ ਨਹੀਂ ਹੈਗਾ। ਅਗਰ ਅਸੀਂ ਪੋਲੀਟੀਕਲ ਵੀ ਕਹਿ ਲਈਏ ਕਿ ਪਹਿਲਾਂ ਕਾਂਗਰਸ ਸੰਭਾਲੋ, ਇਹ ਤਾਂ ਪੋਲੀਟੀਕਲ ਸਟੇਟਮੈਂਟਸ ਹੈ ਵੀ ਪਹਿਲਾਂ ਕਾਂਗਰਸ ਜੋੜ ਲਓ, ਇਹ ਕਰ ਲਓ। ਤੋੜ ਭੰਨ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ 'ਚ ਚੱਲ ਰਹੀ ਹੈ, ਈਵਨ ਬੀਜੇਪੀ ਦੇ ਵਿੱਚ ਵੀ ਚੱਲ ਰਹੀ ਹੈ। ਕੱਲ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ 150 ਬੰਦੇ ਨੇ ਬੀਜੇਪੀ ਦੇ ਨੇ ਰਿਜ਼ਾਈਨ ਦੇ ਕਰਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਸੋ ਇਹ ਪੋਲੀਟੀਕਲ ਸਟੇਟਮੈਂਟਸ ਹੈ ਕਿ ਪਹਿਲਾਂ ਕਾਂਗਰਸ ਨੂੰ ਜੋੜ ਲਓ, ਫਿਰ ਦੇਸ਼ ਨੂੰ ਜੋੜਿਓ। ਪਰ ਉਹਦੇ ਨਾਲ ਨਾਲ ਇਹ ਹੈ ਕਿ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਅਗਰ ਇਹਦਾ ਨਾਮ ਭਾਰਤ ਕੋ ਜਨੋ ਯਾਤਰਾ ਰੱਖਦਾ ਤੇ ਜ਼ਿਆਦਾ ਅੱਛਾ ਹੁੰਦਾ ਕਿ ਉਹ ਇੱਕ ਲੋਕਾਂ ਨੂੰ ਇਹ ਪ੍ਰਭਾਵ ਦਿੰਦਾ ਕਿ ਰਾਹੁਲ ਗਾਂਧੀ ਜੇ ਦੇਸ਼ ਨੂੰ ਚਲਾਉਣ ਲਈ ਤੁਹਾਡਾ ਸਮਰਥਨ ਚਾਹੁੰਦਾ ਕਿ ਮੈਨੂੰ ਆਪਣਾ ਲੀਡਰ ਮੰਨੋ, ਮੈਨੂੰ ਵੋਟ ਪਾਓ, ਪ੍ਰਧਾਨ ਮੰਤਰੀ ਬਣਾਓ ਜਾਂ ਮੇਰੀ ਪਾਰਟੀ ਨੂੰ ਸੱਤਾ ਦਿਓ, ਤਾਂ ਉਹ ਕਹਿੰਦਾ ਵੀ ਮੈਂ ਇਸ ਗੱਲ ਨੂੰ ਲੈ ਕੇ ਭਾਰਤ ਨੂੰ ਅੱਜ ਜਿਹੜਾ ਭਾਰਤ ਦੇ ਵਰਤਮਾਨ ਦੇ ਵਿੱਚ ਜਿਹੜਾ ਅੱਜ ਦਾ ਜਿਹੜਾ ਭਾਰਤ ਹੈ, ਸਰਕਾਰ ਦੀਆਂ ਚੰਗਿਆਈਆਂ, ਸਰਕਾਰ ਦੀਆਂ ਉਨਤਾਈਆਂ ਜਾਂ ਪੰਜਾਬ ਦਾ ਭਾਰਤ ਦਾ ਕਲਚਰ ਕੀ ਹੈ, ਮੈਂ ਇਹਨੂੰ ਜਾਣਨ ਲਈ ਜਿਹੜਾ ਹੈ ਇਹ ਯਾਤਰਾ ਸ਼ੁਰੂ ਕਰਨ ਲੱਗ ਗਿਆ। ਤੇ ਮੈਨੂੰ ਲੱਗਦਾ ਕਿ ਭਾਰਤ ਦੇ ਲੋਕ ਇਸ ਗੱਲ ਨੂੰ ਸਵੀਕਾਰ ਕਰ ਲੈਂਦੇ ਔਰ ਇਹ ਜਿਹੜੀ ਯਾਤਰਾ ਪੋਲੀਟੀਕਲ ਉਹਦਾ ਕੇਂਦਰ ਬਿੰਦੂ ਨਾ ਬਣਦੀ। ਸੋ ਗੱਲ ਕਹਿਣਾ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਇਹ ਸਟੇਟਮੈਂਟ ਆਵੇ ਕਿ ਪਹਿਲਾਂ ਕਾਂਗਰਸ ਦਾ ਜੋੜ ਲਓ।
ਜੇ ਕਿਤੇ ਵੀ ਉਹ 15 ਕਿਲੋਮੀਟਰ ਚੱਲਦੇ ਆ ਤਾਂ ਜਿਹੜੀ ਜਿਹੜੀ ਬੇਸਿਕਲੀ ਜਿਹੜੀ ਪਦ ਯਾਤਰਾ ਔਰ ਉਹ ਪੈਦਲ ਯਾਤਰਾ ਹੈਗੀ, ਜਿਹੜੀ ਉਹਨਾਂ ਦੀ ਯਾਤਰਾ ਹੈ ਪੈਦਲ ਯਾਤਰਾ, ਪਦ ਯਾਤਰਾ ਹੈ ਜਿਹੜੀ ਭਾਰਤ ਜੋੜੋ ਯਾਤਰਾ ਹੈ, ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਇਕੱਲਾ ਵਿਅਕਤੀ ਵੀ ਚੱਲਦਾ ਤਾਂ ਇੱਕ ਵਿਅਕਤੀ ਜਿਹੜਾ ਹੈ ਉਹ ਮੈਕਸੀਮਮ 10 ਕਿਲੋਮੀਟਰ ਦੇ ਵਿੱਚ 1 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ, ਤੇ ਉਹ ਫਿਰ ਇਟ ਮੀਨਸ ਕਿ ਉਹ ਪਰ ਆਵਰ ਜਿਹੜਾ 5 ਤੋਂ 6 ਘੰਟੇ ਦਾ ਸਫ਼ਰ ਹੀ ਤੈਅ ਕਰ ਸਕਦਾ ਹੈ। ਔਰ ਫਿਰ ਜਦੋਂ ਇਹ ਗਰੁੱਪ 'ਚ ਚੱਲ ਰਹੇ ਆ, ਮੈਸੇਜ ਦਿੰਦੇ ਆ, ਉਹਦੇ ਤੋਂ ਵੀ ਘੱਟ ਇਹ 3571 ਕਿਲੋਮੀਟਰ ਦੀ ਯਾਤਰਾ ਹੈ, ਜਿਹਦਾ ਟਾਰਗੇਟ ਇਹਨਾਂ ਨੇ 3 ਮਹੀਨੇ ਰੱਖਿਆ, ਹੋ ਸਕਦਾ 4 'ਚ ਵੀ ਪਹੁੰਚੇ। ਦੂਜੇ ਪਾਸੇ ਕਾਂਗਰਸ ਨੇ ਇਹ ਵੀ ਕਹਿਤਾ ਹੈ ਵੀ ਤੁਸੀਂ ਜਿਹੜੀਆਂ ਇਹ ਯਾਤਰਾਵਾਂ, ਕਿਉਂਕਿ ਇਹ ਸਿੱਧੀ ਲੱਗਣੀ ਹੈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ, ਜਿਹੜਾ ਮੇਨ ਹਾਈਵੇ ਹੈ ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਆ, ਉਹਦੇ ਤੋਂ ਲੰਘ ਕੇ ਜਾਣੀ ਹੈ। ਤੇ ਨਾਲ ਕਾਂਗਰਸ ਨੇ ਹੁਣ ਇਹ ਵੀ ਕਿਹਾ ਕਿ ਜਿਹੜੀਆਂ ਸਟੇਟਾਂ ਆਲੇ ਦੁਆਲੇ ਦੀਆਂ ਸਟੇਟਾਂ ਜਿੱਥੇ ਨਹੀਂ ਜਾ ਸਕੇਗੀ, ਉੱਥੇ ਤੁਸੀਂ ਲੋਕ ਕਾਂਗਰਸ ਨੂੰ ਉਹਨਾਂ ਨੇ ਆਪਣੇ ਵਰਕਰਸ ਨੂੰ ਕਿਹਾ ਕਿ ਉੱਥੇ ਇਹ ਯਾਤਰਾਵਾਂ ਆਪਣੇ ਆਪਣੇ ਸਤਰ ਤੇ ਪੈਦਲ ਯਾਤਰਾਵਾਂ ਕੱਢੋ। ਤੇ ਪੈਦਲ ਯਾਤਰਾਵਾਂ ਦਾ ਜਿਹੜਾ ਇਤਿਹਾਸ ਹੈ ਉਹ ਬਹੁਤ ਵੈਲਿਊਬਲ ਹੈ। ਤੁਸੀਂ ਕਿ ਮਹਾਤਮਾ ਗਾਂਧੀ ਨੇ ਪੈਦਲ ਤੁਰ ਕੇ ਜਿਹੜਾ ਇਸ ਮੁਲਕ ਨੂੰ ਵੇਖਿਆ ਸੀ, ਕਿਉਂਕਿ ਜਿੰਨੀ ਦੇਰ ਤੁਸੀਂ ਭਾਰਤ ਐਡਾ ਵਿਸ਼ਾਲ ਮੁਲਕ ਹੈ ਕਿ ਜਿੰਨੀ ਦੇਰ ਤੁਸੀਂ ਇਹਨੂੰ ਪੂਰਾ ਜਾਣਦੇ ਹੀ ਨਹੀਂ ਹੈਗੇ, ਉਸ ਵੇਲੇ ਤੱਕ ਤੁਸੀਂ ਜਿੱਦਾਂ ਅੱਜ ਦੇਖੋ, ਅੱਜ ਪੂਰੇ ਦੇਸ਼ ਦੇ ਅੰਦਰ, ਭਾਰਤ ਦੇ ਅੰਦਰ ਮੋਦੀ ਦੀ ਲਹਿਰ ਕਹਿ ਲਓ, ਹਨੇਰੀ ਚੱਲਦੀ ਰਹੀ ਹੈ, ਇੱਕ ਬਹੁਤ ਵੱਡੇ ਸਤਰ ਦੇ ਉੱਤੇ ਗੱਲਬਾਤ ਹੁੰਦੀ ਰਹੀ ਹੈ, ਔਰ 2 ਵਾਰੀ ਸੱਤਾ ਪ੍ਰਧਾਨ ਮੰਤਰੀ ਬਣੇ ਨੇ, ਪਰ ਉਹਨਾਂ ਨੂੰ ਖਿੱਤਾ ਪੰਜਾਬ ਨੇ ਸਮਰਥਨ ਕਦੀ ਵੀ ਨਹੀਂ ਦਿੱਤਾ। ਤੁਸੀਂ ਉੱਚ ਦੇਖੋ ਉਹ ਕੱਲ ਵਿਧਾਨ ਸਭਾ ਆ ਰਹੀ ਹੈ, ਕਿਉਂਕਿ ਇਲੈਕਸ਼ਨ ਸਾਰੇ ਮੋਦੀ ਜੀ ਦੇ ਨਾਂ ਤੇ ਪੰਜਾਬ 'ਚ ਲੜੇ ਗਏ ਆ, ਲੋਕ ਸਭਾ 2 ਵਾਰੀ ਹੋਈ ਹੈ, ਬਟ ਉਹ ਵੈਸਾ ਰਿਸਪੌਂਸ ਜੈਸਾ ਇੰਡੀਆ ਪੂਰੇ ਨੇ ਦਿੱਤਾ ਉਹ ਨਹੀਂ ਦਿੱਤਾ। ਉਹ ਮੈਂ ਕਦੀ ਕਹਿਣਾ ਹੁੰਦਾ ਵੀ ਬੀਜੇਪੀ ਵਾਲੇ ਜਿਹੜੇ ਆ ਸ਼ਾਇਦ ਪੰਜਾਬ ਦੀ ਨਬਜ਼ ਨਹੀਂ ਜਾਣਦੇ, ਜਿਹਦੇ ਕਰਕੇ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਜੀ ਰਕੇਸ਼ ਜੀ, ਨੂੰ ਜਾਣੇ ਜਾਣਨ ਨਾਲ ਹੀ ਹੈ ਕਿ ਭਾਰਤ ਦੇ ਹਰ ਖਿੱਤੇ ਦੇ ਲੋਕਾਂ ਦੀ ਸਾਈਕੀ ਕੀ ਹੈ, ਉਸ ਦਾ ਕਲਚਰ ਕੀ ਹੈ, ਉਸ ਦਾ ਵਿਰਸਾ ਕੀ ਹੈ। ਤਾਂ ਰਾਹੁਲ ਗਾਂਧੀ ਦਾ ਜਿਹੜਾ ਇਸ ਕਿਸਮ ਨਾਲ ਯਾਤਰਾ ਸ਼ੁਰੂ ਕਰਦੀ ਹੈ, ਮੈਨੂੰ ਲੱਗਦਾ ਕਿ ਕਿਸੇ ਚੰਗੇ ਸਲਾਹਕਾਰ ਨੇ ਰਾਹੁਲ ਗਾਂਧੀ ਨੂੰ ਬਹੁਤ ਲੇਟ ਸਲਾਹ ਦਿੱਤੀ ਹੈ ਵੀ ਤੂੰ ਇਹ ਯਾਤਰਾ ਕੱਢ ਇਹਦੇ ਨਾਲ। ਤੇ ਜਿਸ ਕਿਸਮ ਦੇ ਨਾਲ ਜਿਹੜੀ ਹੁਣ ਮੈਂ ਸੱਤਾ ਪੱਖ ਨਹੀਂ ਕਹੂੰਗਾ, ਮੈਂ ਇਹ ਕਹੂੰਗਾ ਵੀ ਜਿਹੜੀ ਕਾਂਗਰਸ ਦਾ ਜਿਹੜਾ ਆਪੋਜੀਸ਼ਨ ਜਿਹੜੀ ਹੈਗੀ ਹੈ, ਕਿਉਂਕਿ ਪਾਰਟੀਆਂ ਇੱਕ ਦੂਸਰੇ ਦੀ ਆਪੋਜ਼ਿਟ ਹੁੰਦੀਆਂ, ਤੇ ਜਿਹੜੀਆਂ ਕਾਂਗਰਸ ਦੀ ਆਪੋਜੀਸ਼ਨ ਪਾਰਟੀਆਂ ਜਿਨ੍ਹਾਂ 'ਚ ਬੀਜੇਪੀ ਸਭ ਤੋਂ ਵੱਡੀ ਪਾਰਟੀ ਹੈ, ਉਹਦਾ ਇਹਨੂੰ ਹਾਈਲੀ ਕ੍ਰਿਟਿਸਾਈਜ਼ ਕਰਨਾ। ਤੁਸੀਂ ਦੇਖੋ ਕਿ ਤੁਸੀਂ ਬਹੁਤ ਸੋਹਣੀ ਗੱਲ ਕੀਤੀ, ਜਿਹੜੀ ਤੁਸੀਂ ਪ੍ਰਤੀਪਕਸ਼ ਤੇ ਪਕਸ਼ ਦੀ ਗੱਲ ਕੀਤੀ, ਹਾਂਜੀ ਬਹੁਤ ਸੋਹਣੀ, ਪਰ ਆਪਾਂ ਨੂੰ ਰੁਕਣਾ ਪੈ ਰਿਹਾ ਕੁਇਕ ਬ੍ਰੇਕ ਲਈ। ਆਪਾਂ ਇੱਥੋਂ ਫਿਰ ਸ਼ੁਰੂ ਕਰਦੇ ਹਾਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਰਕੇਸ਼ ਸ਼ਾਂਤੀ ਦੂਜੇ, ਇੱਕ ਰੁਕਣਾ ਪੈ ਰਿਹਾ ਛੋਟੀ ਜਿਹੀ ਬ੍ਰੇਕ ਲਈ, ਤੇ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ, ਸਾਡੇ ਨਾਲ ਬਣੇ ਹੋਏ ਨੇ ਸੀਨੀਅਰ ਜਰਨਲਿਸਟ ਰਕੇਸ਼ ਸ਼ਾਂਤੀ। ਰਕੇਸ਼ ਜੀ ਬਹੁਤ ਸੋਹਣੀ ਗੱਲ ਕਰ ਰਹੇ ਸੀ, ਜਿਹੜੀ ਤੁਸੀਂ ਪਦ ਯਾਤਰਾ ਨੂੰ ਲੈ ਕੇ, ਕਿ ਜਿਹੜਾ ਕ੍ਰਿਟਿਸਿਜ਼ਮ ਹੈ ਉਹ ਕਰਨਾ ਚਾਹੀਦਾ ਨਹੀਂ, ਉੱਥੋਂ ਦੁਬਾਰਾ ਸ਼ੁਰੂ ਕਰ ਲਓ ਤੁਸੀਂ, ਤੇ ਫਿਰ ਆਪਾਂ ਨੈਕਸਟ ਕੁਐਸਚਨ ਨਾਲ ਵਧਦੇ ਹਾਂ। ਕਿਸਮ ਦੇ ਨਾਲ ਜਿਹੜੀ ਯਾਤਰਾ ਜਦੋਂ ਇਹ ਸ਼ੁਰੂ ਹੋਈ ਹੈ, ਇਹਨੂੰ ਨਾ ਤਾਂ ਬਹੁਤੀ ਜਿਹੜੀ ਹੈ ਪ੍ਰਿੰਟ ਮੀਡੀਆ ਨੇ ਤੇ ਇਲੈਕਟ੍ਰੋਨਿਕ ਮੀਡੀਆ ਨੇ ਕੋਈ ਵੈਸੀ ਮਾਈਲੇਜ ਦਿੱਤੀ ਹੈ, ਹਾਲਾਂਕਿ ਬਹੁਤ ਵੱਡਾ ਇਵੈਂਟ ਸੀ ਜਿਹੜਾ, ਬਟ ਉਹ ਵਜ੍ਹਾ ਕੀ ਹੈ ਇਹਦੇ ਉੱਤੇ ਅਸੀਂ ਡਿਸਕਸ ਨਹੀਂ ਕਰਾਂਗੇ ਇੱਥੇ ਕਿ ਕੀ ਵਜ੍ਹਾ ਹੈ। ਤੇ ਮੈਨੂੰ ਜਿਸ ਵੇਲੇ ਰਾਹੁਲ ਗਾਂਧੀ, ਕਿਉਂਕਿ ਵੱਡੀ ਆਪੋਜੀਸ਼ਨ ਪਾਰਟੀ ਦੇ ਲੀਡਰ ਹੈ, ਔਰ ਜਿਸ ਵੇਲੇ ਕਿਉਂਕਿ ਇਹਦਾ ਇਤਿਹਾਸ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜਾ ਇਤਿਹਾਸ ਹੈ ਉਹ ਮਹਾਤਮਾ ਗਾਂਧੀ ਨੇ ਪੈਦਲ ਘੁੰਮਿਆ ਇਸ ਮੁਲਕ ਨੂੰ, ਡਾਕਟਰ ਅੰਬੇਦਕਰ ਸਾਹਿਬ ਬਹੁਤ ਪੈਦਲ ਘੁੰਮ ਕੇ ਇਸ ਮੁਲਕ ਨੂੰ ਦੇਖ ਕੇ ਜਿਹੜਾ ਇੱਕ ਸੇਧ ਦਿੱਤੀ ਮੁਲਕ ਨੂੰ। ਇਸੇ ਤਰ੍ਹਾਂ ਫਿਰ ਮਾਡਰਨ ਏਜ ਦੀ ਜਦੋਂ ਅਸੀਂ ਗੱਲ ਕਰਦੇ ਆ, ਉਦੋਂ ਸਾਡੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਹੋਏ, ਬੇਸ਼ੱਕ ਉਹ ਸੰਯੋਗ ਨਾਲ ਹੀ ਪ੍ਰਧਾਨ ਮੰਤਰੀ ਬਣੇ ਸੀ, ਪਰ ਉਹਨਾਂ ਨੇ ਵੀ ਪਦ ਯਾਤਰਾ ਕਰਕੇ ਪੂਰੇ ਇਸ ਮੁਲਕ ਨੂੰ ਵੇਖਿਆ ਸੀ। ਫਿਰ ਕਾਂਸ਼ੀ ਰਾਮ ਜੀ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਰਹੇ, ਉਹਨਾਂ ਨੇ ਇਸ ਮੁਲਕ ਨੂੰ ਪੈਦਲ ਘੁੰਮ ਕੇ ਇੱਕ ਵੱਡੀ ਆਰਗੇਨਾਈਜੇਸ਼ਨ ਖੜੀ ਕੀਤੀ। ਇਸੇ ਤਰ੍ਹਾਂ ਜਿਹੜਾ ਹੈ ਫਿਰ ਉਹਨਾਂ ਤੋਂ ਇੱਧਰ ਫਿਰ ਗਾਂ ਸੁਨੀਲ ਦੱਤ ਜਦੋਂ ਆਏ, ਜਿਹੜੇ ਹਾਲਾਂਕਿ ਉਹਨਾਂ ਨੇ ਦੇਸ਼ ਨੂੰ ਬਹੁਤ ਵੱਡੀ ਉਹਦੇ ਤੇ ਲੀਡ ਨਹੀਂ ਕੀਤਾ, ਪਰ ਉਹਨਾਂ ਨੇ ਵੀ ਇੱਕ ਪੈਦਲ ਯਾਤਰਾ ਕੱਢ ਕੇ ਪੂਰੇ ਮੁਲਕ ਨੂੰ ਦੇਖਿਆ ਸੀ। ਤਾਂ ਜੇ ਉਹ ਸਾਰੇ ਪਦ ਯਾਤਰਾਵਾਂ ਦੀ ਹਿਸਟਰੀ ਨੂੰ ਦੇਖੀਏ, ਤੇ ਉਸ ਹਿਸਟਰੀ 'ਚ ਜਿਹੜਾ ਰਾਹੁਲ ਗਾਂਧੀ ਹੈ ਉਹ ਅਗਲਾ ਜਿਹੜਾ ਜੇ ਅਸੀਂ ਇਹਨੂੰ ਬੈਟਨ ਰੇਸ ਕਹਿ ਲਈਏ, ਤਾਂ ਅਗਲੀ ਬੈਟਨ ਇਹਨੇ ਫੜੀ ਹੈ ਕਿ ਹੁਣ ਮੈਂ ਪਦ ਯਾਤਰਾ ਕਰਨੀ ਹੈ। ਤਾਂ ਇਹਦੀ ਇਸ ਪਦ ਯਾਤਰਾ ਦੀ ਇੰਪੋਰਟੈਂਸ ਹੋਣ ਦੇ ਬਾਵਜੂਦ ਜਿਹੜਾ ਹੈ, ਇਹਨੂੰ ਮੀਡੀਆ ਵਿੱਚ ਜਦੋਂ ਇਹਦੀ ਹਲੇ ਉਨੀ ਮਾਈਲੇਜ ਨਹੀਂ ਮਿਲ ਰਹੀ ਸੀ, ਤੇ ਉਹਦੇ ਬਾਵਜੂਦ ਇਹਨੂੰ ਇੱਕ ਮੇਜਰ ਇਸ਼ੂ ਬਣਾ ਕੇ ਜਿਹੜਾ ਕ੍ਰਿਟਿਸਾਈਜ਼ ਕਰਨਾ ਬੀਜੇਪੀ ਵੱਲੋਂ, ਉਹ ਇਹ ਦੱਸਦਾ ਹੈ ਕਿ ਕਿਤੇ ਨਾ ਕਿਤੇ ਪਬਲਿਕ ਜਿਹੜਾ ਰਿਸਪੌਂਸ ਹੈ ਇਸ ਯਾਤਰਾ ਨੂੰ ਮਿਲਣਾ ਸ਼ੁਰੂ ਹੋ ਗਿਆ। ਇਹ ਉਹਨਾਂ ਦੀ ਚਿੰਤਾ ਦੀ ਵਜ੍ਹਾ ਹੈ। ਤੇ
ਹਲੇ ਕਿ ਜਿਹੜੇ ਇਸ਼ੂਜ਼ ਕ੍ਰੀਏਟ ਕੀਤੇ ਜਾ ਰਹੇ ਨੇ ਉਹਨਾਂ ਦੇ ਕਾਊਂਟਰ ਕਰਨੇ ਬਹੁਤ ਸੌਖੇ ਨੇ। ਜਿੱਦਾਂ ਇਹਨਾਂ ਦੀ ਇਹਦੇ ਜੇ ਗੱਲ ਸ਼ੁਰੂ ਹੋਈ ਇਸ ਗੱਲ ਤੋਂ ਹੋਈ ਸੀ ਬਈ ਉਹ 41,000 ਕੀਮਤ ਦੀ ਜਿਹੜੀ ਹੈ ਉਹ ਟੀ-ਸ਼ਰਟ ਪਾ ਕੇ, ਵਿਦੇਸ਼ੀ ਟੀ-ਸ਼ਰਟ ਪਾ ਕੇ ਭਾਰਤ ਜੋੜਨ ਨਿਕਲੇ ਆ। ਤਾਂ ਇਹ ਕੋਈ ਤਰਕ ਨਹੀਂ ਹੈ। ਜਦੋਂ ਸਾਡਾ ਦੇਸ਼ ਪੂਰੀ ਦੁਨੀਆ 'ਚ ਘੁੰਮ ਕੇ ਜਾ ਕੇ ਵਿਦੇਸ਼ਾਂ ਦੇ ਵਿੱਚ ਮਿਲ ਕੇ ਅਸੀਂ ਪੂਰੀ ਦੁਨੀਆ ਨੂੰ ਜੋੜਨਾ ਚਾਹੁੰਦੇ ਆ, ਤਾਂ ਫਿਰ ਅਸੀਂ ਵੀ ਤਾਂ ਵਿਦੇਸ਼ਾਂ ਦੇ ਵਿੱਚ ਆਪਣੇ ਦੇਸ਼ ਦੇ ਹਿੱਤ ਲਈ ਜਾ ਰਹੇ ਹਾਂ। ਤਾਂ ਬਹੁਤ ਸਾਰੀ ਚੀਜ਼ਾਂ ਅਸੀਂ ਰੋਜ਼ ਵਿਦੇਸ਼ੀ ਇਸਤੇਮਾਲ ਕਰਦੇ ਹਾਂ। ਸੋ ਮੈਨੂੰ ਲੱਗਦਾ ਕਿ ਇਹ ਤਰਕਪੂਰਨ ਜਿਹੜੀ ਹੈ, ਤਰਕਪੂਰਨ ਕ੍ਰਿਟਿਸਿਜ਼ਮ ਨਹੀਂ ਹੈਗਾ। ਸੋ ਮੈਨੂੰ ਇਹ ਲੱਗਦਾ ਕਿ ਇਸ ਯਾਤਰਾ ਨੇ ਜਿਹੜੀ ਥੋੜੀ ਚਿੰਤਾ ਜਿਹੜੀ ਹੈ ਉਹ ਜਿਹੜੀ ਸੱਤਾ ਪੱਖ ਹੈ ਉਹਨੂੰ ਜਗਾ ਦਿੱਤਾ ਵੀ ਇਹ ਜਿਹੜੀ ਯਾਤਰਾ ਇਹਦਾ ਗਾਂਹ ਰਿਸਪੌਂਸ ਵਧਣਾ ਹੈ। ਤੇ ਉਹ ਜਿਹੜਾ ਰਿਸਪੌਂਸ ਮੀਡੀਆ ਨਹੀਂ ਸੀ ਦੇ ਰਿਹਾ ਰਾਹੁਲ ਗਾਂਧੀ ਨੂੰ, ਉਹ ਮੈਨੂੰ ਲੱਗਦਾ ਕਿ ਬੀਜੇਪੀ ਨੇ ਇਸ ਕਿਸਮ ਦੀਆਂ ਗੱਲਾਂ ਕਰਕੇ ਆਪ ਹੀ ਦੇਣਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਹੁਣ ਡੇਲੀ ਡਿਸਕਸ਼ਨਸ ਦੇ ਵਿੱਚ ਜਿੱਦਾਂ ਕਿਉਂਕਿ ਜਦੋਂ 41,000 ਦੀ ਟੀ-ਸ਼ਰਟ ਦੀ ਗੱਲ ਸ਼ੁਰੂ ਹੋਈ ਤਾਂ ਕਾਂਗਰਸ ਵਾਲਾ ਟਵੀਟ ਕਰ ਦਿੱਤਾ ਕਿ ਉਹ ਆਰਐਸਐਸ ਨੂੰ ਕਿਹਾ ਜਾਂਦਾ ਕਿ ਇਹ ਬੀਜੇਪੀ ਦੀ ਮਾਂ ਹੈਗੀ ਹੈ। ਤਾਂ ਉਹਨਾਂ ਦੀ ਉਹ ਇੱਕ ਨਿੱਕਰ ਉਹਨਾਂ ਨੇ ਜਿਹੜੀ ਕਿ ਉਹ ਵੈਸੇ ਉਹ ਤਿਆਗ ਚੁੱਕੇ ਆ, ਉਹਨੂੰ ਪੈਂਟ ਕਰ ਦਿੱਤੀ ਹੋਈ ਉਹਨਾਂ ਨੇ, ਉਸ ਨਿੱਕਰ ਜੋ ਧੂਆਂ ਨਿਕਲਦਾ ਵਿਖਾਇਆ ਗਿਆ। ਰਾਈਟ ਮੈਂ ਦੇਖਿਆ ਸੀ ਜਿਹੜੀ ਅਸੀਂ ਜਦੋਂ ਇੱਕ ਇੰਟੈਲੈਕਚੁਅਲ ਦੇਸ਼ ਦੀ ਗੱਲ ਕਰਦੇ ਹਾਂ ਕਿ ਅਸੀਂ ਤਾਂ ਵੇਦ ਲੱਭੇ ਸੀ, ਸਾਨੂੰ ਤੇ ਗੁਰੂਆਂ ਦੀ ਬਾਣੀ ਮਿਲੀ ਹੈ, ਅਸੀਂ ਜਿਹੜਾ ਮੁਲਕ ਜਿਹਨੇ ਕਹਿੰਦੇ ਆ ਕਿ ਕਈ ਹਜ਼ਾਰ ਸਾਲ ਪਹਿਲਾਂ ਇਸ ਸ੍ਰਿਸ਼ਟੀ ਨੂੰ ਸਮਝ ਲਿਆ ਸੀ, ਉੱਥੇ ਇਸ ਕਿਸਮ ਦੇ ਜ਼ਮੀਨੀ ਗਿਆਨ ਦੀਆਂ ਗੱਲਾਂ ਕਰ ਰਹੀਆਂ ਕਿ ਕਿਸੇ ਨੇ ਨਿੱਕਰ ਕਿਹੜੀ ਪਾਈ ਹੈ, ਕਿਸੇ ਔਰ ਉਹ ਵੀ ਅੱਜ ਦੇ ਯੁੱਗ 'ਚ ਜਦੋਂ ਜਦੋਂ ਦੁਨੀਆ ਇੱਕ ਵਿਲੇਜ ਬਣ ਗਈ ਹੈ। ਤੇ ਉਹਦੇ ਵਿੱਚ ਦੂਸਰਿਆਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਵੀ ਜਿਹੜੇ 10 ਲੱਖ ਦਾ ਸੂਟ ਪਾਉਂਦੇ ਆ, ਔਰ ਇੱਥੋਂ ਤੱਕ ਕਿ ਟੈਲੀਵਿਜ਼ਨ ਦੇ ਉੱਪਰ ਡੇਲੀ ਡਿਸਕਸ਼ਨ ਇਹ ਚੱਲਣ ਲੱਗ ਪਈਆਂ ਕਿ ਜਿਹੜੀਆਂ ਨੇਤਾ ਲੋਕ ਜੈਕਟਸ ਪਾਉਂਦੇ ਆ ਕੁੜਤੇ ਪਜਾਮੇ ਦੇ ਉੱਪਰ, ਉਹਦੀ ਕੀਮਤ ਹੀ 25-30,000 ਹੈ। ਤਾਂ ਇਹ ਲੱਗਦਾ ਕਿ ਦੇਸ਼ ਜਿਹੜਾ ਕ੍ਰਿਟਿਸਿਜ਼ਮ ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਜਿਹੜਾ ਹੁਣ ਸੱਤਾ ਚਲਾ ਰਹੇ ਆ ਉਹਨਾਂ ਨੇ ਮੁਲਕ ਨੂੰ ਪਿਛਲੇ 10-7 ਸਾਲਾਂ 8 ਸਾਲਾਂ 'ਚ ਕਿੱਥੋਂ ਚੁੱਕ ਕੇ ਕਿੱਥੇ ਲੈ ਆਂਦਾ, ਆਪਣੀਆਂ ਉਪਲਬਧੀਆਂ ਦੱਸਣੀਆਂ ਚਾਹੀਦੀਆਂ। ਅਸੀਂ ਗਰੀਬੀ ਕਿੰਨੀ ਦੂਰ ਕਰ ਦਿੱਤੀ, ਅਸੀਂ ਲੋਕਾਂ ਦੀ ਬਾਇੰਗ ਕੈਪੈਸਿਟੀ ਕਿੰਨੀ ਵਧਾਤੀ, ਅਸੀਂ ਰੋਜ਼ਗਾਰ ਕਿੰਨਾ ਦੇ ਦਿੱਤਾ। ਇਹ ਕਾਂਗਰਸ ਹੁਣ ਸਾਨੂੰ ਐਵੇਂ ਖਰਾਬ ਕਰਨ ਲਈ ਇਹ ਕੰਮ ਕਰ ਰਹੀ ਹੈ। ਤਾਂ ਕਾਂਗਰਸ ਨੂੰ ਵੀ ਦੱਸਣਾ ਚਾਹੀਦਾ ਪਦ ਯਾਤਰਾ ਦੇ ਦੌਰਾਨ ਕਿ ਜਿਹੜਾ ਅਸੀਂ ਕਾਂਗਰਸ ਨੇ ਆਹ ਕੁਝ ਕੀਤਾ। ਔਰ ਫਿਰ ਮੈਨੂੰ ਲੱਗਦਾ ਹੈ ਕਿ ਪਦ ਯਾਤਰਾਵਾਂ ਸਾਰਾ ਕੁਝ ਇਸੇ ਗੱਲ ਤੇ ਨਹੀਂ ਹੋ ਜਾਣਾ ਚਾਹੀਦਾ ਕਿ ਅਸੀਂ ਸਾਰਾ ਕੁਝ ਸੱਤਾ ਲੈਣ ਲਈ ਕਰ ਰਹੇ ਹਾਂ। ਪਦ ਯਾਤਰਾ ਮੁਲਕ ਨੂੰ ਜਾਣਨਾ, ਮੁਲਕ ਨੂੰ ਜੋੜਨਾ, ਇੱਕ ਦੂਸਰੇ ਦੇ ਨਾਲ ਮਿਲ ਕੇ ਵਿਚਾਰ ਸਾਂਝੇ ਕਰਨੇ। ਸਿਰਫ ਰਾਜਨੀਤਿਕ ਵਿਚਾਰ ਥੋੜਾ ਹੈਗੇ ਨੇ। ਜਿੱਦਾਂ ਅਸੀਂ ਸ਼ੁਰੂ ਗੱਲ ਕੀਤੀ, ਤੁਸੀਂ ਕਿਹਾ ਸੁੱਖ ਮੰਗਦੇ ਆ, ਅਰਦਾਸ ਕਰਦੇ ਆ ਕਿ ਰੱਬ ਮਿਹਰ ਕਰੇ ਕਿ ਲੋਕ ਅੱਛੇ ਤਰੀਕੇ ਨਾਲ ਕੋਰਟ ਨੂੰ ਮੰਨਣ, ਨਹੀਂ ਤਾਂ ਜਿੰਨਾ ਅਧਿਕਾਰ ਇਸ ਕਨਸਟੀਟਿਊਸ਼ਨ ਨੇ ਦਿੱਤਾ ਜਿਸ ਜਗ੍ਹਾ ਤੇ ਉੱਥੇ ਮੱਥੇ ਟੇਕਣ, ਪ੍ਰੈਸ ਪਾਸਿੰਗ ਨਾ ਕਰਨ, ਕਿਸੇ ਦੇ ਅਧਿਕਾਰਾਂ ਦੇ ਵਿੱਚ ਘੁਸਪੈਠ ਨਾ ਕਰਨ, ਕਿਸੇ ਦੇ ਅਧਿਕਾਰ ਨੂੰ ਖਤਰਾ ਨਾ ਪਾਉਣ। ਤੇ ਜਦੋਂ ਇਸ ਕਿਸਮ ਦੀਆਂ ਗੱਲਾਂ ਦੇ ਉੱਪਰ ਸਿਆਸਤ ਕਿਉਂ ਨਹੀਂ ਹੁੰਦੀ? ਸਿਆਸਤ ਰੋਟੀ ਦੇ ਉੱਪਰ ਕਿਉਂ ਨਹੀਂ ਹੁੰਦੀ? ਰਾਕੇਸ਼ ਜੀ, ਐਸੇ ਸੰਦਰਭ 'ਚ ਆਪਾਂ ਹੋਰ ਪਾਸੇ ਚੱਲਦੇ ਹਾਂ। ਐਸੇ 'ਚ ਕੁਛ ਮਹੀਨੇ 5-6 ਮਹੀਨੇ ਪਹਿਲਾਂ ਜਿਹੜਾ ਹੈ ਪੰਜਾਬ 'ਚ ਇਲੈਕਸ਼ਨ ਹੋ ਕੇ ਹਟੇ। ਲੁਧਿਆਣੇ ਸ਼ਹਿਰ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਆਟੋ ਤੇ ਬੈਠ ਕੇ ਉਹਦੇ ਘਰੇ ਰੋਟੀ ਖਾਣ ਜਾਂਦੇ। ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ, ਜਾਣਾ ਚਾਹੀਦਾ। ਗਰੀਬ ਆਦਮੀ ਨੂੰ ਮਾਣ ਮਹਿਸੂਸ ਹੁੰਦਾ। ਉਸੇ ਤਰਜ਼ ਤੇ ਉਹ ਗੁਜਰਾਤ ਦੇ ਵਿੱਚ ਵੀ ਜਾਂਦੇ, ਪਰ ਪੁਲਿਸ ਵਾਲੇ ਕਹਿੰਦੇ ਕਿ ਸਾਡੀ ਗੱਡੀ 'ਚ ਬੈਠੇ ਹੋਏ ਆ ਤੁਸੀਂ CMO, ਸਿਕਿਉਰਿਟੀ ਇਸ਼ੂਜ਼ ਹੈ। ਉਹ ਕੇਜਰੀਵਾਲ ਸਾਹਿਬ ਕਹਿੰਦੇ ਕਿ ਨਹੀਂ ਜੀ, ਇਹ ਸਿਕਿਉਰਿਟੀ ਇਸ਼ੂ ਨਹੀਂ ਹੈ, ਤੁਸੀਂ ਮੈਨੂੰ ਇਹ ਕਰ ਰਹੇ ਹੋ ਉਹ ਕਰ ਰਹੇ ਹੋ। ਮੇਰਾ ਕੁਐਸਚਨ ਇਹ ਹੈ ਕਿ ਕਾਂਗਰਸ ਪਦ ਯਾਤਰਾ ਕੱਢ ਰਹੀ ਹੈ, ਹੋ ਸਕਦਾ ਪੋਲੀਟੀਕਲ ਮਾਈਲੇਜ ਉਹਨਾਂ ਨੂੰ ਮਿਲੇ, ਹੋ ਸਕਦਾ ਨਾ ਮਿਲੇ, ਇੰਨੀ ਨਾ ਮਿਲੇ ਜਿੰਨੀ ਉਹ ਐਕਸਪੈਕਟ ਕਰ ਰਹੇ। ਤੁਸੀਂ ਇਹ ਦੱਸੋ ਵੀ ਲੁਧਿਆਣੇ ਵਾਲੀ ਜਿਹੜੀ ਰੋਟੀ ਖਾਧੀ ਉਹਨਾਂ ਦੀ ਕੰਮ ਆ ਗਈ, ਉਹ ਗੁਜਰਾਤ ਦੇ ਵਿੱਚ ਜੋ ਚੱਲ ਰਿਹਾ ਕੰਮ, ਉਹ ਤੁਸੀਂ ਵੀਡੀਓ ਦੇਖੀ ਹੋਣੀ ਚੰਗੀ ਤਰ੍ਹਾਂ, ਉਹ ਆਟੋ ਦੇ ਵਿੱਚ ਬੈਠੇ ਤੇ ਪੁਲਿਸ ਵਾਲੇ ਕਹਿੰਦੇ ਵੀ ਇਹ ਸਿਕਿਉਰਿਟੀ ਇਸ਼ੂ, ਤੁਸੀਂ ਸਾਡੀ ਗੱਡੀ ਬੈਠੋ। ਅਗੇਨ ਹੁਣ ਉੱਥੇ ਕਾਂਗਰਸ ਤਾਂ ਬਹੁਤ ਪਿੱਛੇ ਚੱਲ ਰਹੀ ਹੈ ਗੁਜਰਾਤ ਦੇ ਵਿੱਚ। ਹੁਣ ਮੈਨੂੰ ਇਹ ਦੱਸੋ ਵੀ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਆਪ ਦਾ ਝੰਡਾ ਗੱਡ ਸਕੂਗੀ ਆਉਣ ਵਾਲੇ ਇਲੈਕਸ਼ਨ 'ਚ, ਈਵਨ ਹਿਮਾਚਲ 'ਚ? ਗੁਲਾਲ ਜੀ ਕੀ ਆਪਣਾ ਜਿਹੜਾ ਮੁਲਕ ਹੈ ਇਸ ਵੇਲੇ ਸਿਆਸੀ ਰੂਪ ਦੇ ਵਿੱਚ ਜਿਹੜੀ ਮੁਲਕ ਦੀ ਬਹੁਤ ਵੱਡੀ ਪਾਰਟੀ ਕਾਂਗਰਸ, ਜਿਹਦੇ ਝੰਡੇ ਥੱਲੇ ਆਜ਼ਾਦੀ ਦੀ ਲੜਾਈ ਲੜੀ ਗਈ ਸੀ ਔਰ ਇਸ ਮੁਲਕ ਨੂੰ ਆਜ਼ਾਦ ਕਰਾਇਆ ਗਿਆ ਸੀ, ਉਹ ਇਸ ਵੇਲੇ ਉਹ ਹਾਸ਼ੀਏ ਤੇ ਜਾ ਚੁੱਕੀ ਹੈ। ਔਰ ਦੂਸਰੀ ਕੋਈ ਵੱਡੀ ਨੈਸ਼ਨਲ ਪਾਰਟੀ ਜਿਹੜੀ ਹੈ, ਹਲੇ ਕਿ BSP ਬਹੁਤ ਵੱਡੀ ਨੈਸ਼ਨਲ ਪਾਰਟੀ ਸੀ, ਪਰ ਉਹ ਜਾਤੀ ਦੇ ਦਾਇਰੇ 'ਚ ਵੱਧ ਕੇ ਜਿਹੜਾ ਉਹ ਤੇ ਨਹੀਂ ਪਹੁੰਚ ਸਕੀ, ਵਾਪਸ ਜਾ ਡਿੱਗੀ। ਹਲੇ ਵੀ ਬਹੁਤ ਵੱਡੇ ਤਾਦਾਦ 'ਚ ਖੜੀ ਹੋ ਗਈ ਸੀ, ਵੱਡੀ ਨੈਸ਼ਨਲ ਪਾਰਟੀ ਦੇ ਰੂਪ 'ਚ ਖੜੀ ਹੋ ਗਈ। ਤੇ ਦੂਸਰੀ ਕੋਈ ਵੱਡੀ ਨੈਸ਼ਨਲ ਪਾਰਟੀ ਨਹੀਂ ਹੈਗੀ ਤੇ ਨਾ ਹੀ ਕੋਈ ਵੱਡਾ ਚਿਹਰਾ ਵੈਸਾ ਅਵੇਲੇਬਲ ਹੈ।
ਤੇ ਹੁਣ ਇੱਕ ਵੈਕਿਊਮ ਹੈ ਕਾਂਗਰਸ ਦੇ ਪਿਛੜਨ ਦੇ ਨਾਲ, ਇੱਕ ਵੈਕਿਊਮ ਹੈ ਕਿ ਕਿਹੜੀ ਵੱਡੀ ਪਾਰਟੀ ਜਿਹੜੀ ਆਪੋਜੀਸ਼ਨ ਖੜੀ ਹੋ ਸਕਦੀ ਹੈ। ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਉਹ ਰਾਜ ਮਿਲਿਆ, ਤੁਸੀਂ ਇਸ ਗੱਲ ਦੇ ਉੱਤੇ ਤਾਂ ਥੋੜਾ ਜਿਹਾ ਪਿੱਛੇ ਆਪਾਂ ਨੂੰ ਜਾਣਾ ਪਏਗਾ, ਮੈਂ ਟਾਈਮ ਤੁਹਾਡਾ 2-3 ਮਿੰਟ ਲਵਾਂਗਾ, ਕਿ ਇਸ ਵੇਲੇ ਇਸ ਮੁਲਕ ਦੇ ਵਿੱਚ ਕਾਂਗਰਸ ਦੀ ਕਰਪਸ਼ਨ ਦੇ ਖਿਲਾਫ ਅੰਨਾ ਹਜ਼ਾਰੇ ਦੀ ਮੂਵਮੈਂਟ ਹੁੰਦੀ ਹੈ, ਤੇ ਉਸ ਮੂਵਮੈਂਟ ਦੇ ਵਿੱਚ ਕੇਜਰੀਵਾਲ ਇੱਕ ਹੀਰੋ ਦੇ ਰੂਪ 'ਚ ਉੱਭਰਦੇ। ਉਸ ਦੌਰ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ, ਕਿਉਂਕਿ ਦੁਨੀਆ ਤਰਸਤ ਹੈ ਜਿਹੜੀ ਇਸ ਆਵਾਮ ਜਿਹੜਾ ਕਰਪਸ਼ਨ ਤੋਂ ਮਤਲਬ ਦੁਖੀ ਹੈ, ਉਹ ਕਾਂਗਰਸ ਦਾ ਇੱਕ ਵਿਕਲਪ ਚਾਹੁੰਦਾ ਕਿ ਕਿਹਨੂੰ ਸੱਤਾ ਸੌਂਪੀਏ। ਲੱਗਦਾ ਸਾਡਾ ਸੰਪਰਕ ਰਾਕੇਸ਼ ਜੀ ਨਾਲ ਟੁੱਟ ਗਿਆ ਜੀ। ਦੇਸ਼ ਉਹਨਾਂ ਨੇ ਉਸ ਗੱਲ ਨੂੰ ਇੱਕ ਵਿਕਲਪ ਅਵੇਲੇਬਲ ਸੀ ਜਿਹੜਾ ਪੂਰੇ ਦੇਸ਼ ਦੇ ਵਿੱਚ ਸੀ, ਨੈਸ਼ਨਲ ਪਾਰਟੀ ਸੀ, ਉਹ ਸੱਤਾ ਸੌਂਪ। ਪਰ ਸਾਈਮਲਟੇਨੀਅਸਲੀ ਉਸ ਦੀ ਸੱਤਾ ਹੈ, ਦਿੱਲੀ ਦੀ ਜਿਹੜੀ ਸੱਤਾ ਹੈ, ਉਹ ਕੇਜਰੀਵਾਲ ਨੂੰ ਸੌਂਪਦੇ। ਬੀਜੇਪੀ ਦਾ ਉੱਥੇ ਨਹੀਂ ਹੈਗਾ। ਕੇਜਰੀਵਾਲ ਦਿੱਲੀ ਦੇ ਵਿੱਚ ਤੀਸਰੀ ਵਾਰੀ ਜਿਹੜੀ ਆ ਉਹ ਆਪਣੇ ਪਾਵਰ 'ਚ ਆਉਂਦੇ ਆ, ਔਰ ਉਹ ਜਿਹੜੀ ਪਾਵਰ ਹੈਗੀ ਹੈ ਉਹਨੂੰ ਪੂਰੇ ਜਿਹੜਾ ਇੱਕ ਨੈਸ਼ਨਲ ਜਿਹੜਾ ਉਹਦਾ ਕੇਜਰੀਵਾਲ ਦਾ ਇੱਕ ਅਕਸ ਜਿਹੜਾ ਉਸ ਉੱਪਰਲੇ ਲੈਵਲ ਤੇ ਜਿਹੜਾ ਰਾਸ਼ਟਰੀ ਜਿਹੜਾ ਪਰਿਦ੍ਰਿਸ਼ ਹੈ ਉਹਦੇ ਵਿੱਚ ਲਿਆਉਂਦੇ ਕਿ ਅੱਜ ਕੇਜਰੀਵਾਲ ਦੀ ਗੱਲ ਤੁਸੀਂ ਪੰਜਾਬ 'ਚ ਕਰ ਲਓ ਤੇ ਕੇਜਰੀਵਾਲ ਦੀ ਗੱਲ ਤੁਸੀਂ ਕੇਰਲ 'ਚ ਕਰ ਲਓ, ਤਾਂ ਲੋਕ ਕੇਜਰੀਵਾਲ ਨੂੰ ਜਾਣਦੇ ਆ ਕੌਣ ਆ। ਹਲੇ ਮਮਤਾ ਬੈਨਰਜੀ ਨੂੰ ਵੀ ਹੋ ਸਕਦਾ ਪੰਜਾਬ 'ਚ ਬਹੁਤੇ ਲੋਕ ਨਾ ਜਾਣਦੇ ਹੋਣ, ਤੇ ਹੋਰ ਹਿਮਾਚਲ 'ਚ ਨਾ ਜਾਣਦੇ ਹੋਣ ਆਮ ਲੋਕ ਜਿਹੜੇ ਆ ਜੀ। ਇਸੇ ਤਰ੍ਹਾਂ ਸੋ ਦੂਸਰੀ ਗੱਲ ਇਹ ਵੈਕਿਊਮ ਦੀ ਹੈ। ਕਿਤੇ ਕਿਤੇ ਤਾਂ ਸਟ੍ਰੈਟਜੀਕਲੀ ਵੀ ਇਹ ਲੱਗਦਾ, ਜਿੱਦਾਂ ਕਈ ਵਾਰੀ ਉਹ ਕਹਿੰਦੇ ਜੀ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ, ਕਿਉਂਕਿ ਕਾਂਗਰਸ ਦਾ, ਕਿਉਂਕਿ ਬੀਜੇਪੀ ਨੇ ਇੱਕ ਬਹੁਤ ਵੱਡਾ ਨਾਰਾ ਚੁੱਕਿਆ ਹੋਇਆ ਕਿ ਕਾਂਗਰਸ ਮੁਕਤ ਭਾਰਤ ਕਰਨਾ, ਕਾਂਗਰਸ ਰਹਿਣ ਨਹੀਂ ਦੇਣੀ। ਉਹਦੇ ਲਈ ਉਹ ਕਿਤੇ ਕਿਤੇ ਕਾਂਗਰਸੀਆਂ ਨੂੰ ਚੁੱਕ ਜਿਹੜਾ ਆਪਣੀ ਪਾਰਟੀ 'ਚ ਵੀ ਲਈ ਜਾਂਦੇ ਆ, ਪੰਜਾਬ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਲੈ ਆਉਂਦੇ। ਉਹਦਾ ਕ੍ਰਿਟਿਸਿਜ਼ਮ ਇੱਕ ਅਲੱਗ ਪੱਖ ਤੋਂ ਹੁੰਦਾ ਹੈ। ਤੇ ਜਿਹੜਾ ਕੇਜਰੀਵਾਲ ਵੀ ਉੱਥੇ ਹੀ ਚੋਣ ਲੜਨ ਲਈ ਪਹੁੰਚਦੇ ਆ ਜਿੱਥੇ ਜਿੱਥੇ ਸੱਤਾ ਜਿਹੜੀ ਇਸ ਵੇਲੇ ਹੈਗੀ ਹੈ ਬੀਜੇਪੀ ਦੇ ਹੱਥ 'ਚ ਹੈ, ਤੇ ਐਂਟੀ ਇਨਕੰਬੈਂਸੀ ਦਾ ਲਾਭ ਕਾਂਗਰਸ ਨੂੰ ਮਿਲ ਸਕਦਾ ਹੈ। ਤੁਸੀਂ ਦੇਖੋ ਪੰਜਾਬ ਦੀ ਚੋਣ ਹੁੰਦੀ ਹੈ, ਪੰਜਾਬ ਦੇ ਵਿੱਚ ਕਾਂਗਰਸ ਦਾ ਰਾਜ ਸੀ, ਇੱਥੇ ਐਂਟੀ ਇਨਕੰਬੈਂਸੀ ਦਾ ਜਿਹੜਾ ਲਾਭ ਹੈ ਉਹ ਮਤਲਬ ਕਿਸੇ ਅਕਾਲੀ ਦਲ ਨੂੰ ਮਿਲ ਜਾਂਦਾ। ਬੀਜੇਪੀ ਨੇ ਲੈਣਾ ਸੀ, ਬਟ ਉਹਨਾਂ ਨੂੰ ਬੀਜੇਪੀ ਦੀ ਅਸੈਪਟੈਂਸ ਹਲੇ ਉਸ ਪੰਜਾਬ ਦੀ ਫਿਲਾਸਫੀਕਲੀ ਪੰਜਾਬ ਨੂੰ ਨਹੀਂ ਅਸੈਪਟ ਕਰਦਾ, ਤਾਂ ਕੇਜਰੀਵਾਲ 92 ਸੀਟਾਂ ਨਾਲ ਆ ਗਿਆ। ਇਸੇ ਤਰ੍ਹਾਂ ਹੁਣ ਕੇਜਰੀਵਾਲ ਗੁਜਰਾਤ ਗਏ ਆ, ਕਿਉਂਕਿ ਗੁਜਰਾਤ 'ਚ ਬੀਜੇਪੀ ਦਾ ਰਾਜ ਹੈ, ਉੱਥੇ ਐਂਟੀ ਇਨਕੰਬੈਂਸੀ ਦਾ ਲਾਭ ਕਾਂਗਰਸ ਨੂੰ ਮਿਲਣ ਦੇ ਚਾਂਸਸ, ਇਸ ਕਰਕੇ ਉੱਥੇ ਉਭਾਰ। ਮੈਂ ਹੁਣ ਜਦੋਂ ਸਧਾਰਨ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਗੱਲ ਕਰਦਾ ਪੰਜਾਬ ਦੇ ਨਾਲ, ਬਹੁਤ ਸਾਰੇ ਲੋਕ ਲੀਡਰ ਰਾਜ 'ਚ ਡਿਊਟੀ ਲੱਗੀ ਹੈ, ਉਹ ਕਹਿੰਦੇ ਜੀ ਸਾਡਾ ਪਹਿਲਾ ਮਕਸਦ ਇਹ ਹੈ ਕਿ ਉੱਥੇ ਵੱਡੀ ਆਪੋਜੀਸ਼ਨ ਬਣਨਾ, ਰਾਜ ਸਾਡਾ ਨਹੀਂ ਹਲੇ ਆ ਰਿਹਾ। ਵੈਸੇ ਉਹ ਇਹ ਕਹਿੰਦੇ ਜਿਹੜਾ ਗ੍ਰੋਸ ਪੰਜਾਬ 'ਚ ਉੱਥੇ ਕੰਮ ਕਰ ਰਿਹਾ ਗੁਜਰਾਤ 'ਚ ਇਸ ਵੇਲੇ, ਕਿਉਂਕਿ ਪੰਜਾਬ ਇਸ ਵੇਲੇ ਉੱਭਰ ਕੇ ਆਇਆ ਨਾ, ਤਾਂ ਗੁਜਰਾਤ ਦੇ ਲੋਕਾਂ ਨੂੰ ਲੱਗਦਾ ਪੰਜਾਬ ਦੇ ਲੀਡਰ ਆਏ ਆ, ਸ਼ਾਇਦ ਇਸੇ ਵਜ੍ਹਾ ਨਾਲ ਪੰਜਾਬ ਦੇ ਬਹੁਤ ਸਾਰੇ ਲੀਡਰਸ ਉਹਨਾਂ ਨੇ ਆਪਣੇ ਇਲੈਕਟਡ ਮੈਂਬਰਸ ਜਿਹੜੇ ਆ ਆਮ ਆਦਮੀ ਪਾਰਟੀ ਨੇ ਗੁਜਰਾਤ ਦੇ ਵਿੱਚ ਤੈਨਾਤ ਕੀਤੇ ਆ ਵੀ ਇੱਥੇ ਜਾ ਕੇ ਉਹ ਪ੍ਰਚਾਰ ਕਰਨ, ਦੱਸਣ ਅਸੀਂ ਕਿੱਦਾਂ ਜਿੱਤੇ ਹਾਂ, ਸਾਨੂੰ ਲੋਕਾਂ ਨੇ ਕਿੱਦਾਂ ਲਿਆ। ਤਾਂ ਉਹ ਵੀ ਇਹ ਕਹਿੰਦੇ ਆ ਵੀ ਹਲੇ ਸਾਡਾ ਰਾਜ ਤਾਂ ਨਹੀਂ ਉੱਥੇ ਆਉਣਾ, ਰਾਜ ਜਿਹੜਾ ਉਹ ਬੀਜੇਪੀ ਦਾ ਹੀ ਉੱਥੇ ਆਉਣਾ, ਬਟ ਅਸੀਂ ਕਾਂਗਰਸ ਤੋਂ ਬਿਹਤਰ ਆਉਣਾ। ਤਾਂ ਮੈਨੂੰ ਕਿਤੇ ਕਿਤੇ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਕੇਜਰੀਵਾਲ ਹੈ, ਉਹ ਜਿਹੜਾ ਕਾਂਗਰਸ ਨੂੰ ਲੈ ਕੇ ਇੱਕ ਵੈਕਿਊਮ ਪੈਦਾ ਹੋਇਆ ਹੈ ਵੱਡੀ ਆਪੋਜੀਸ਼ਨ ਦਾ, ਉਹਨੂੰ ਪੈਦਾ ਕਰਨ ਲਈ ਹੀ ਉੱਤੇ ਪਹੁੰਚਦੇ। ਹੁਣ ਹਿਮਾਚਲ ਦੀ ਚੋਣ ਸੇਮ ਹੈ, ਕਿਉਂਕਿ ਹਿਮਾਚਲ ਦੇ ਵਿੱਚ ਵੀ ਬੀਜੇਪੀ ਦਾ ਰਾਜ ਔਰ ਐਂਟੀ ਇਨਕੰਬੈਂਸੀ ਦਾ ਜਿਹੜਾ ਲਾਭ ਹੈ, ਦੂਜੀ ਵੱਡੀ ਪਾਰਟੀ ਉੱਥੇ ਕਾਂਗਰਸ ਹੈ, ਤੇ ਉਹ ਕਾਂਗਰਸ ਨੂੰ ਮਿਲ ਸਕਦਾ। ਇਸ ਕਰਕੇ ਆਮ ਆਦਮੀ ਪਾਰਟੀ ਉੱਥੇ ਵੀ ਬੜੇ ਜ਼ੋਰ ਸ਼ੋਰ ਨਾਲ ਲੜ ਰਹੀ ਹੈ। ਯੂਪੀ ਦੀ ਚੋਣ ਉੱਤੇ ਜ਼ੋਰ ਸ਼ੋਰ ਨਾਲ ਨਹੀਂ ਲੜਦੀ, ਕਿਉਂਕਿ ਉੱਥੇ ਬੀਜੇਪੀ ਦਾ ਹਾਲੇ ਤੁਸੀਂ ਮਿਟਾ ਹੀ ਨਹੀਂ ਸਕਦੇ। ਤੁਸੀਂ ਸਭਾ ਦੀਆਂ ਚੋਣਾਂ 2 ਵਾਰੀ ਹੋਈਆਂ ਦਿੱਲੀ ਦੇ ਵਿੱਚ, ਸੱਤਾ ਜਿਹੜੀ ਦਿੱਲੀ ਦੀ ਸੱਤਾ ਕੇਜਰੀਵਾਲ ਕੋ ਆਈ ਹੈ, ਤੇ ਉੱਪਰ ਦੀ ਸੱਤਾ ਜਿਹੜੀ ਆ ਬੀਜੇਪੀ ਕੋ ਆਈ, 7 ਸੀਟਾਂ ਬੀਜੇਪੀ ਜਿੱਤ ਕੇ ਲੈ ਜਾਂਦੀ। ਤਾਂ ਮੈਨੂੰ ਇਹ ਹੈ ਕਿ ਜਿਹੜਾ ਕੇਜਰੀਵਾਲ ਸਾਹਿਬ ਨੇ ਉਹ ਗੁਜਰਾਤ 'ਚ, ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੇ ਵਰਕਰ ਦਾ ਐਨਾਲਿਸਿਸ ਅੱਜ ਦਾ ਇਹ ਹੈ, ਨਾਲ ਪਤਾ ਨਹੀਂ ਕੀ ਚੇਂਜ ਲੈਂਦੇ ਆ, ਅੱਜ ਦਾ ਇਹ ਹੈ। ਤਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹਨੂੰ ਇਹ ਸਮਝ ਆ ਗਈ ਹੈ ਕੇਜਰੀਵਾਲ ਨੂੰ ਕਿ ਇੱਕ ਜੇ ਕਿਤੇ ਰਿਪਲੇਸਮੈਂਟ ਦੀ ਗੱਲ ਆਉਂਦੀ ਹੈ ਆਪੋਜੀਸ਼ਨ ਦੇ ਵਿੱਚ, ਕਿਤੇ ਕੋਈ ਐਸੀ ਸੋਚ ਬਦਲਦਾ ਹੈ ਕਿ ਸੱਤਾ ਬਦਲਦੇ ਰਹਿਣਾ ਅਸੀਂ, ਤਾਂ ਕੇਜਰੀਵਾਲ ਇੱਕ ਐਸਾ ਚਿਹਰਾ ਹੈ ਜਿਹੜਾ ਇੱਕ ਨੈਸ਼ਨਲ ਲੈਵਲ ਦੇ ਉੱਤੇ, ਮੈਂ ਨੈਸ਼ਨਲ ਲੀਡਰ ਤਾਂ ਨਹੀਂ ਕਹੂੰਗਾ ਕੇਜਰੀਵਾਲ ਨੂੰ, ਪਰ ਨੈਸ਼ਨਲ ਲੈਵਲ ਤੇ ਇੱਕ ਜਾਣਿਆ ਪਛਾਣਿਆ ਚਿਹਰਾ ਜਿਹੜਾ ਹੈ, ਜਿੱਥੇ ਤੁਸੀਂ ਜਿਸ ਵੇਲੇ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਇਹ ਕਹਿੰਦੇ ਆ ਕਿ 80 ਕਰੋੜ ਲੋਕਾਂ ਨੂੰ ਅਸੀਂ ਹਲੇ 135 ਕਰੋੜ ਤੋਂ 80 ਕਰੋੜ ਲੋਕਾਂ ਨੂੰ ਹਲੇ ਅਸੀਂ ਫ੍ਰੀ ਰਾਸ਼ਨ ਦੇਣਾ ਹੈ, ਤਾਂ ਇਟ ਮੀਨਸ ਭਾਰਤ ਨੇ ਗਰੀਬੀ ਦੇ ਬੜੇ ਵੱਡੇ ਪਾਇਦਾਨ ਤੇ ਖੜਾ ਹੈ। ਤਾਂ ਆਮ ਆਦਮੀ ਪਾਰਟੀ ਫ੍ਰੀ ਬੀਜ ਵੰਡਦੀ ਹੈ ਕਿ ਫ੍ਰੀ ਰੋਟੀ ਦੇਵਾਂਗੇ, ਫ੍ਰੀ ਬਿਜਲੀ ਦੇਵਾਂਗੇ, ਫ੍ਰੀ ਇਹ ਦੇਵਾਂਗੇ,
ਤਾਂ ਫਿਰ ਉਹ ਫ੍ਰੀ ਦੇ ਜ਼ਰੀਏ, ਹਲੇ ਕਿ ਇਸ ਫ੍ਰੀ ਨੇ ਮੁਲਕ ਨੂੰ ਜਿੱਥੇ ਲੈ ਜਾਣਾ ਹੈ ਉਹ ਬਹੁਤ ਖਤਰਨਾਕ ਜਗ੍ਹਾ ਹੈ, ਜਿਹੜੇ ਲੋਕ ਸਿਆਣੇ ਸਮਝਦੇ ਆ। ਕਿਉਂਕਿ ਮੁਲਕ ਜਿੰਨੀ ਦੇਰ ਸੱਚਮੁੱਚ ਜਿਹੜਾ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿ ਆਤਮ ਨਿਰਭਰ ਕਰਨਾ ਹੈ, ਜੇ ਸਾਡਾ ਆਤਮ ਨਿਰਭਰਤਾ ਵੱਲ ਨਹੀਂ ਜਾਂਦਾ, ਇਹ ਫ੍ਰੀ ਫੀਸ 'ਚ ਫਸਿਆ ਰਹਿੰਦਾ ਹੈ, ਤਾਂ ਮੈਨੂੰ ਲੱਗਦਾ ਕਿ ਅਸੀਂ ਹੋਰ ਗਰਤ 'ਚ ਜਾਵਾਂਗੇ। ਪਰ ਜਿਹੜਾ ਇਹ ਵੱਡਾ ਹਥਿਆਰ ਰਾਜਨੀਤਿਕ ਜਿਹੜਾ ਕੇਜਰੀਵਾਲ ਵਰਤਦਾ ਹੈ ਕਿ ਮੈਂ ਫ੍ਰੀ ਬਿਜਲੀ ਦੇ ਦੂੰਗਾ, ਫ੍ਰੀ ਇਹ ਦੇ ਦੂੰਗਾ, ਤਾਂ ਫ੍ਰੀ ਦੇ ਨਾਲ ਤਾਂ ਦੇਖੋ ਰਾਜ ਤਾਂ ਪ੍ਰਤੀਨਿਧੀਆਂ ਨੂੰ ਦਿੱਤਾ ਜਾਂਦਾ ਹੈ, ਦੇ ਆਰ ਨਾਟ ਕਿੰਗਸ। ਅਸੀਂ ਆਪਣੇ ਟੈਕਸ ਦੇ ਨਾਲ ਜਿਹੜਾ ਹੈ ਉਹ ਪ੍ਰਤੀਨਿਧੀਆਂ ਨੂੰ ਭੇਜਦੇ ਆ ਕਿ ਇਸ ਟੈਕਸ ਦੇ ਨਾਲ ਰਾਜ ਚਲਾਓ, ਤੇ ਜੇ ਉਸ ਟੈਕਸ ਨੂੰ ਫ੍ਰੀ ਵੰਡ ਦੇਣਗੇ ਤੇ ਫਿਰ ਰਾਜ ਕਾਹਦੇ ਨਾਲ ਚੱਲਣਾ, ਸੜਕਾਂ ਕਾਹਦੇ ਨਾਲ ਬਣਨੀਆਂ। ਜੇ ਇਸ ਕਰਕੇ ਮੈਨੂੰ ਲੱਗਦਾ ਕਿ ਕੇਜਰੀਵਾਲ ਕੋਲ ਤੇ ਵੱਡਾ ਹਥਿਆਰ ਹੈ, ਤੇ ਇਸ ਹਥਿਆਰ ਦੇ ਨਾਲ ਜਿਹੜੀ ਬਹੁਤ ਨੀਵਾਂ ਤਬਕਾ ਆਰਥਿਕ ਰੂਪ ਦੇ ਵਿੱਚ ਜਿਹੜਾ ਉਹ ਪ੍ਰਭਾਵਿਤ ਹੋ ਜਾਂਦਾ ਹੈ। ਪੰਜਾਬ 'ਚ ਵੀ ਹੋਇਆ ਹੈ, ਦਿੱਲੀ 'ਚ ਲਗਾਤਾਰ ਹੋ ਰਿਹਾ ਫ੍ਰੀ ਕਰਕੇ। ਤਾਂ ਮੈਨੂੰ ਲੱਗਦਾ ਕਿ ਕੇਜਰੀਵਾਲ ਨੂੰ ਲੋਕ ਕਿਤੇ ਕਿਤੇ ਜਿਹੜਾ ਉਹ ਵਿਕਲਪ ਦੇ ਰੂਪ ਦੇ ਵਿੱਚ ਜਿਹੜਾ ਉਹ ਅਸੈਪਟ ਕਰਨ ਲੱਗ ਪਏ ਆ, ਤੇ ਗੁਜਰਾਤ ਦੇ ਲੋਕ ਮੈਨੂੰ ਲੱਗਦਾ ਕਿ ਪਹਿਲਾਂ ਨਾਲੋਂ ਬੈਟਰ ਕਰਨਗੇ। ਜੀ ਸ਼ੁਕਰੀਆ ਆਪਣੇ ਰਾਕੇਸ਼ ਜੀ। ਬਹੁਤ ਕੁਐਸਚਨ 2-3 ਹੋਰ ਸੀਗੇ ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ, ਔਰ ਤੁਸੀਂ ਵੀ ਕਿਤੇ ਜਾਣਾ ਹੈ। ਆਪਾਂ ਫਿਰ ਕਿਸ ਦਿਨ ਜੁੜਾਂਗੇ, ਖਾਸ ਕਰਕੇ ਜਿਹੜੀ ਮੰਦਭਾਗੀ ਘਟਨਾ ਹੁਸ਼ਿਆਰਪੁਰ 'ਚ ਵਾਪਰੀ ਹੈ, ਇੱਕ ਪੁਲਿਸ ਆਫੀਸਰ ਨੇ ਉਹ ਕੀਤਾ, ਇਹ ਕਿਉਂ ਵਾਪਰਦਾ, ਕਿਉਂ ਹੁੰਦਾ, ਇਹਨਾਂ ਗੱਲਾਂ 'ਤੇ ਆਪਾਂ ਫਿਰ ਕਿਸ ਦਿਨ ਜੁੜਾਂਗੇ। ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਨੂੰ ਨਿਆਂ ਮਿਲ ਸਕੇ, ਇੱਦਾਂ ਦੇ ਜਿਹੜੇ ਆ ਵਰਤਾਵ ਉਹ ਹੋਰ ਨਾ ਹੋ ਸਕਣ। ਅੱਜ ਤੁਸੀਂ ਵਿਚਾਰ ਸਾਂਝੇ ਕੀਤੇ, ਬਹੁਤ ਵਧੀਆ ਵਿਸਥਾਰ ਨਾਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ, ਸ਼ੁਕਰੀਆ। ਦਰਸ਼ਕੋ, ਇਸ ਰਾਕੇਸ਼ ਸ਼ਾਂਤੀ ਦੂਤ ਜੀ ਬੜੇ ਵਿਸਥਾਰ ਨਾਲ ਸਾਰੀਆਂ ਗੱਲਾਂ ਸਮਝਾਈਆਂ। ਵਕਤ ਇਜਾਜ਼ਤ ਨਹੀਂ ਦੇ ਰਿਹਾ, ਆਪਣਾ ਪੂਰਾ ਖਿਆਲ ਰੱਖਣਾ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।